ਇਹ ਕੋਈ ਕੰਮ ਨਹੀਂ ਸੂਰਮਿਆਂ ਵਾਲਾ ਜੋ 8 ਬੰਦਿਆਂ ਨੇ ਕੱਲਾ ਸ਼ੇਰ ਮਾਰਿਆ। ਸ਼ਰਮ ਸਾਰੇ ਇਨਸਾਨੀਅਤ ਕਰਤੀ ਇੰਨਾ ਸੋਚ ਨੂੰ ਪਤਾਲ ਚ ਨਗਾਰਿਆ। ਕਹਿੰਦੇ ਸੱਚ ਦੀ ਆਵਾਜ਼ ਅਸਾਂ ਦੱਬਣੀ, ਕਹਿੰਦੇ ਸੱਚ ਦੀ। ਪਰਸਨਲ ਲਾਸ ਫੀਲ ਹੁੰਦਾ, ਜਿੱਦਾਂ ਇੱਕ ਘਰ ਦਾ ਜੀ ਨਹੀਂ ਚੱਲ ਜਾਂਦਾ, ਇਦਾਂ ਫੀਲ ਹੁੰਦਾ। ਮੂਸੇ ਜੱਟ ਨੂੰ ਅਮਰ ਕਰ ਗਏ ਤੁਸੀਂ ਮਾਰ ਕੇ। ਮੈਨੂੰ ਆਪਣਾ ਉਸ ਚੀਜ਼ ਦਾ ਤਕਲੀਫ ਨਹੀਂ ਆ ਵੀ ਗਾਣੇ ਨਹੀਂ ਆਉਗੇ, ਜਾਂ ਮੈਨੂੰ ਇਸ ਚੀਜ਼ ਦੀ ਤਕਲੀਫ ਆ ਕਿ ਉਹ ਇੰਨਾ ਵਧੀਆ ਇੰਨਾ ਚੰਗਾ ਇਨਸਾਨ ਵੀ ਮੈਂ ਨਹੀਂ ਇਕੱਲਾ, ਪਤਾ ਨਹੀਂ ਕਿੰਨੇ ਆਰਟਿਸਟਾਂ ਨੂੰ ਬਣਾਇਆ ਹੋਊਗਾ ਉਹਨੇ, ਕਿੰਨੇ ਆਰਟਿਸਟਾਂ ਨਾਲ ਖੜਾ, ਕਿਉਂ ਹੋ ਗਿਆ ਇੱਦਾਂ। ਇੰਨਾ ਔਖਾ ਟਾਈਮ ਫੇਸ ਕੀਤਾ ਆ ਵੀ ਮੇਰੇ ਨਾਲ ਉਹ ਕੁਛ ਹੋ ਰਿਹਾ ਸੀ ਇੰਡਸਟਰੀ 'ਚ, ਕੌਨਸਪੀਰੇਸੀਜ਼ ਇੰਨਾ ਕੁਛ ਵੀ ਮਤਲਬ ਲਿਟਰਲੀ ਮੇਰੇ ਮਾਈਂਡ 'ਚ ਸੁਸਾਈਡਲ ਥਾਟਸ ਆਉਂਦੇ ਸੀ ਵੀ ਮਤਲਬ ਮੈਂ ਖਤਮ ਕਰ ਲੈਣੀ ਆਪਣੀ ਲਾਈਫ। ਜਿਹੜੀ ਮਤਲਬ ਸਾਰੀ ਤੁਸੀਂ ਕਹਿੰਦੇ ਨਾ ਇੰਡਸਟਰੀ, ਤੁਸੀਂ ਇੰਡਸਟਰੀ ਤੋਂ ਕਰਾਉਣਾ ਕੀ ਆ, ਜਦੋਂ ਮੈਂ ਤੁਹਾਡੇ ਨਾਲ ਖੜ ਗਿਆ ਤਾਂ ਮਤਲਬ ਸਾਰੀ ਇੰਡਸਟਰੀ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ। ਉੱਥੇ ਜਦੋਂ ਪਹਿਲੀ ਵਾਰ ਮਿਲੇ ਤਾਂ ਜਾਂਦਿਆਂ ਕੀ ਸੀ ਮਨ ਦੇ ਵਿੱਚ ਸੀਗਾ ਕਿ ਹਾਂ I was completely shocked ਵੀ ਇੰਨਾ ਡਾਊਨ ਟੂ ਅਰਥ ਕੋਈ ਵੀ ਮਤਲਬ ਇਸ ਇੰਡਸਟਰੀ 'ਚ ਤਾਂ ਮੈਂ ਲੋਕਾਂ ਦੇ ਉਹ ਚਿਹਰੇ ਵੇਖੇ ਆ ਵੀ ਤੁਹਾਡੇ ਤੋਂ ਬਾਅਦ 'ਚ ਲੋਕੀ ਕਈ ਆਉਂਦੇ ਆ, ਇੱਕ ਗਾਣਾ ਹਿੱਟ ਹੋ ਜਾਂਦਾ, ਐਡੀ ਹਵਾ ਹੋ ਜਾਂਦੀ ਵੀ ਖੁਦ ਨੂੰ ਰੱਬ ਸਮਝਣ ਲੱਗ ਜਾਂਦੇ, ਤੇ ਉਹ ਬੰਦਾ ਐਡੇ ਲੈਵਲ ਤੇ ਸੀ ਔਰ ਇੰਨੀ ਹਲੀਮੀ ਉਹਦੇ 'ਚ। ਜਦੋਂ ਸਿੱਧੂ ਮੂਸੇਵਾਲਾ ਦਾ ਗਾਣਾ ਤੁਹਾਡਾ ਅਥਰਾ ਸਟਾਈਲ ਆਇਆ ਪਹਿਲਾ ਗਾਣਾ ਹੈ ਨਾ, ਸੋ ਉਹਨਾਂ ਨੇ ਆਪ ਕਿਹਾ ਸੀ ਕਿ ਹਾਂਜੀ ਆਪਾਂ ਗਾਣਾ ਕਰਾਂਗੇ, ਤੁਹਾਡੀ ਇੱਕ ਵਾਰੀ ਪਹੁੰਚ ਹੋਈ ਉਹਨਾਂ ਤਾਈਂ? ਐਕਚੁਅਲੀ ਮੈਨੂੰ ਜਦੋਂ ਮੇਰੇ ਨਾਲ ਬਹੁਤ ਕੁਝ ਚੱਲ ਰਿਹਾ ਸੀ ਨਾ ਇੰਡਸਟਰੀ 'ਚ, ਤਾਂ ਸਾਨੂੰ ਮੰਮਾ ਨੂੰ ਕਿਤੋਂ ਜਾਣਨ ਨੂੰ ਮਿਲਿਆ ਵੀ ਇਹ ਬਹੁਤ ਅੱਛਾ ਇਨਸਾਨ ਆ ਜੋ ਲੋਕਾਂ ਦੀ, ਬੜੇ ਆਰਟਿਸਟਾਂ ਦੀ ਹੈਲਪ ਕਰਦਾ ਹੈ ਨਾ। ਤੁਹਾਨੂੰ ਸ਼ਿਕਵਾ ਕਿਹਦੇ ਨਾਲ ਹੈ? ਕਲਾਕਾਰਾਂ ਨਾਲ ਹੈ, ਇਸ ਇੰਡਸਟਰੀ ਨਾਲ ਹੈ ਵੀ RIP ਔਰ ਟੁੱਟੇ ਦਿਲ ਬਣਾ ਕੇ ਸਾਰ ਦਿੰਦੇ ਆ, ਹੈ ਨਾ ਵੀ ਕੋਈ ਬੋਲਿਆ ਨਹੀਂ। ਕਲਾਕਾਰ ਪ੍ਰਸ਼ਾਸਨ ਨਾਲ ਆ ਵੀ ਕਿਉਂ ਇੱਕ ਮਤਲਬ ਇੱਕ ਤੁਸੀਂ ਮਤਲਬ ਗੁੰਡਿਆਂ ਨੂੰ ਤਾਂ ਤੁਸੀਂ ਸਿਕਿਉਰਿਟੀਆਂ ਦਿੰਦੇ ਹੋ, ਸਾਰਾ ਕੁਝ ਕਰਦੇ ਹੋ ਨਾ ਉਹਨਾਂ ਲਈ, ਇੰਨਾ ਤੁਸੀਂ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਹੋ। ਈਵਨ ਮੀਡੀਆ ਚੈਨਲ 'ਤੇ ਵੀ ਮੈਂ ਉਹਨਾਂ ਦੇ ਦੇਖਦੀ ਹਾਂ, ਮੈਨੂੰ ਬੁਰੀ ਲੱਗਦੀ ਇਹ ਚੀਜ਼ ਵੀ ਕ੍ਰਿਮੀਨਲਸ ਨੂੰ ਗਲੋਰੀਫਾਈ ਕੀਤਾ ਜਾਂਦਾ। ਲੇਕਿਨ ਮਤਲਬ ਜੋ ਇੱਕ ਸੱਚੀ ਇੱਕ ਸ਼ਖਸੀਅਤ ਜੋ ਇੰਨਾ ਮਾਣ ਸੀ ਦੇਸ਼ ਦਾ, ਉਹ ਤੋਂ ਸਿਕਿਉਰਿਟੀ ਪਹਿਲਾਂ ਤੋਂ ਸਿਕਿਉਰਿਟੀ ਹਟਾਈ ਗਈ ਹੈ ਨਾ। ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ, ਚੁੱਕੇ ਕਿਉਂ ਸਿਰ ਤੇਰਾ, ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ। ਪਰ ਥੋੜੇ ਵਕਫੇ ਬਾਅਦ ਗਾਣਾ ਆਉਣ ਦਾ ਕੀ ਕਾਰਨ ਸੀ? ਉਸ ਟਾਈਮ ਤੇ ਬਹੁਤ ਡਿਪਰੈਸ ਕਰਦੀ ਸੀ ਵੀ ਮਤਲਬ ਮੇਰੇ ਨਾਲ ਬੜੇ ਜਿਹੜੇ ਆਰਟਿਸਟ ਨੇ ਉਹ ਲਾਈਕ ਉਹਨਾਂ ਦੇ ਬੈਕ ਟੂ ਬੈਕ ਮਹੀਨੇ ਬਾਅਦ ਹੀ ਗਾਣੇ ਆਉਂਦੇ ਔਰ ਮੇਰਾ ਟਾਈਮ ਗੈਪ ਬਹੁਤ ਪੈਂਦਾ ਸੀ। ਤੁਸੀਂ ਕਿਹੜੀ ਗੱਲ ਤੋਂ ਜ਼ਿਆਦਾ ਸ਼ਿਕਵਾ ਕਰਦੇ ਸੀ, ਮੇਰੇ ਨਾਲ ਐਂ ਕਿਉਂ? ਬੜਾ ਤਗੜੇ ਲੈਵਲ ਤੇ ਇੱਕ ਲੌਬੀ ਕ੍ਰੀਏਟ ਹੋ ਜਾਂਦੀ ਹੈ ਤੁਹਾਡੇ ਅਗੇਂਸਟ, ਜਦੋਂ ਵੀ ਇੰਡਸਟਰੀ ਦੇ ਬਹੁਤ ਸਾਰੇ ਲੋਕ ਹੱਥ ਮਿਲਾ ਲੈਂਦੇ ਆ, ਹੈ ਨਾ, ਬਹੁਤ ਸਾਰੇ ਪ੍ਰੋਡਿਊਸਰ ਰਲ ਕੇ ਡੀਲ ਕਰ ਲੈਂਦੇ ਵੀ ਇਸ ਕੁੜੀ ਤੋਂ ਸਾਨੂੰ ਖਤਰਾ, ਇਹਨੂੰ ਸੁੱਟਾਂਗੇ ਤੇ ਅੱਗੇ ਆਵਾਂਗੇ। ਇੰਡਸਟਰੀ ਨੇ ਕਿੰਨਾ ਸਪੋਰਟ ਕੀਤਾ ਤੁਹਾਨੂੰ? ਥੱਲੇ ਖਿੱਚਣ ਲਈ ਜ਼ਰੂਰ ਜ਼ੋਰ ਲੱਗਦੇ ਨੇ, ਪਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਇਸ ਇੰਡਸਟਰੀ 'ਚ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਹੈ। ਨੋ ਡਾਊਟ ਇੱਥੇ ਬਹੁਤ ਤਗੜੇ ਲੈਵਲ ਦਾ ਮਾਫੀਆ ਕੰਮ ਕਰਦਾ, ਬਹੁਤ ਮਨੋਪਲੀ ਹੁੰਦੀ ਕਈਆਂ ਲੋਕਾਂ ਦੀ ਜੋ ਖੁਦ ਨੂੰ ਗੋਡ ਫਾਦਰ ਕਹਿੰਦੇ ਆ ਲੋਕੀ, ਹੈ ਨਾ, ਵੀ ਉਹ ਕਿਸੇ ਦਾ ਕਰੀਅਰ ਡਿਸਾਈਡ ਕਰਦੇ ਆ ਵੀ ਕਿਹਨੂੰ ਖਤਮ ਕਰਨਾ ਕਿਹਨੂੰ ਬਣਾਉਣਾ। ਇੱਥੇ ਬਹੁਤ ਕੁਛ ਚੱਲਦਾ। ਮੇਰੀ ਹਾਲਤ ਜੋ ਮੇਰੀ ਫੈਮਿਲੀ ਨੇ ਵੇਖੀ ਆ, ਇੱਕ ਪਰਦੇ ਦੇ ਪਿੱਛੇ ਬਹੁਤ ਕੁਛ ਚੱਲਦਾ ਹੁੰਦਾ ਆ ਜੋ ਆਮ ਲੋਕਾਂ ਨੂੰ ਸਿਰਫ ਇੰਨਾ ਨਜ਼ਰ ਆਉਂਦਾ ਵੀ ਹਾਂ ਆਹ ਆਰਟਿਸਟ ਆਇਆ ਸੀ, ਇਹ ਨਜ਼ਰ ਤੋਂ ਪਰੇ ਚਲਾ ਗਿਆ ਵੀ ਮਤਲਬ ਇਹਦਾ ਸ਼ਾਇਦ ਇਹਦਾ ਕੁਦਰਤੀ ਡਾਊਨਫਾਲ ਸ਼ੁਰੂ ਹੋ ਗਿਆ ਜਾਂ ਕਿਸੇ ਨੇ ਮਤਲਬ ਲੋਕਾਂ ਨੂੰ ਆਹ ਰਿਐਲਿਟੀ ਨਹੀਂ ਪਤਾ ਹੁੰਦੀ ਵੀ ਪਿੱਛੇ ਕੀ ਕੁਛ ਚੱਲਦਾ ਆ, ਹੈ ਨਾ। ਵੀ ਇੱਕ ਨਾ ਇੱਕ ਦਿਨ ਮੈਂ ਸਟਰੋਂਗਲੀ ਖੜੇ ਰਹਿਣਾ, ਚਾਹੇ ਮੈਨੂੰ ਸੁੱਟਣ ਦੀਆਂ ਕਿੰਨੀਆਂ ਵੀ ਕੋਸ਼ਿਸ਼ਾਂ ਕਿਉਂ ਨਾ ਹੋਣ, ਪਰ ਮੈਂ ਨਹੀਂ ਮਤਲਬ ਮੈਂ ਹਟਣਾ ਨਹੀਂ। ਮੈਂ ਜੋ ਚਾਹੁੰਦੀ ਹਾਂ ਮੈਂ ਕਰਕੇ ਰਹਿਣਾ ਆ, ਔਰ ਇੱਕ ਦਿਨ ਦੁਨੀਆ ਨੂੰ ਸੱਚ ਪਤਾ ਲੱਗੂਗਾ ਵੀ ਕੌਣ ਕਿੱਦਾਂ ਦਾ। ਇੱਥੇ ਰਿਐਲਿਟੀ ਸਭ ਦੀ ਸਾਹਮਣੇ ਆਊਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ।
ਅਕਸਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਮਾਂ ਆਪਣੀ ਧੀ ਨੂੰ ਇਹ ਸਮਝਾਉਂਦੀ ਹੁੰਦੀ ਹੈ ਕਿ ਭਾਈ ਜਦੋਂ ਤੂੰ ਬਾਹਰ ਜਾਣਾ ਹੈ ਸਿਰ 'ਤੇ ਚੁੰਨੀ ਲੈ ਕੇ ਜਾਈ, ਤਾਂ ਬਹੁਤ ਚੀਜ਼ਾਂ ਦੇ ਨਾਲ ਸਮਝੌਤੇ ਕੁੜੀਆਂ ਨੂੰ ਕਰਨੇ ਪੈਂਦੇ, ਕੁੜੀਆਂ ਦੁੱਖ ਨਹੀਂ ਦੱਸਦੀਆਂ ਹੈਗੀਆਂ। ਪਰ ਇੱਕ ਮਾਂ ਆਪਣੀ ਧੀ ਨੂੰ ਇਹ ਸਮਝਾਉਂਦੀ ਹੈ, ਜੋ ਸੁਖਵਿੰਦਰ ਅੰਮ੍ਰਿਤ ਹੋਣੀ ਬੜਾ ਸੋਹਣਾ ਲਿਖਦੇ ਨੇ, ਕਿ ਤੂੰ ਕਦਮ ਕਦਮ 'ਤੇ ਸਮਝੌਤਾ ਨਾ ਕਰੀ, ਤੂੰ ਆਪਣੀਆਂ ਜਿਹੜੀਆਂ ਉਡਾਰੀਆਂ ਨੇ ਉਹ ਪਿੰਜਰਿਆਂ ਦੇ ਕੋਲ ਗਹਿਣ ਨਾ ਧਰੀ, ਤੂੰ ਆਪਣੇ ਰੁਤਬੇ ਨੂੰ ਇੰਨਾ ਰੌਸ਼ਨ ਕਰੀ ਕਿ ਹਨੇਰਾ ਤੈਨੂੰ ਵੇਖ ਕੇ ਤਬਕ ਜਾਵੇ, ਦੀਵਾਰਾਂ ਤੈਨੂੰ ਵੇਖ ਕੇ ਠਿਠਕ ਜਾਣ, ਤੇ ਤੂੰ ਇਸ ਤਰੀਕੇ ਨਾਲ ਅੱਗੇ ਵੱਧਦੀ ਜਾਵੇਂ, ਹਰ ਕੋਈ ਤੇਰੇ ਤੇ ਮਾਣ ਕਰੇ। ਔਰ ਇੱਕ ਮਾਂ ਆਪਣੀ ਬੇਟੀ ਤੇ ਮਾਣ ਕਰਦੀ ਹੈ, ਉਹ ਬੇਟੀ ਹੈ ਜਿਸ ਨੂੰ ਕੰਵਰ ਬਹਾਰ ਦੇ ਨਾਮ ਨਾਲ ਸਾਰੇ ਪਹਿਲਾਂ ਜਾਣਦੇ ਆ, ਪਰ ਅੱਜ ਜਦੋਂ ਇੰਡਸਟਰੀ ਦੇ ਵਿੱਚ ਉਹ ਕਦਮ ਰੱਖਦੀ ਹੈ ਤਾਂ ਜੈਨੀ ਜੌਲ ਦੇ ਵਜੋਂ ਜਾਣੀ ਜਾਂਦੀ ਹੈ। ਤਾਂ ਪਿਆਰੀ ਜੀ ਕੁੜੀ, ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਲਕਾ, ਅੱਜ ਪ੍ਰੋ ਪੰਜਾਬ ਟੀਵੀ ਤੇ ਅਸੀਂ ਉਹਨੂੰ ਲੈ ਕੇ ਆਏ ਹਾਂ। ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਕਰਾਂਗੇ, ਕਿੰਨੇ ਉਤਰਾਅ ਚੜ੍ਹਾਅ ਰਹੇ ਨੇ, ਕਿਹਦੇ ਨਾਲ ਗਿਲਾ ਸ਼ਿਕਵਾ ਹੈਗਾ ਉਹਨਾਂ ਨੂੰ। ਸੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਜੈਨੀ ਜੌਲ ਹੋਣਾ ਦਾ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਇੰਨੀ ਪਿਆਰੀ ਇੰਟਰੋਡਕਸ਼ਨ ਦੇਣ ਲਈ। ਸ਼ੁਕਰੀਆ ਜੀ। ਸੋ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ। ਵਧੀਆ ਚੱਲ ਰਹੀ, ਪਰਮਾਤਮਾ ਦੀ ਮਿਹਰ ਹੈ ਜੀ। ਜੀ ਜੈਨੀ, ਜਿੱਦਾਂ ਕਿ ਤੁਸੀਂ ਬਹਾਰ ਕੌਰ, ਬੜਾ ਪਿਆਰਾ ਜਿਹਾ ਨਾਮ, ਮਾਪਿਆਂ ਨੇ ਪਾਲੀ ਲਾਡਲੀ, ਤਾਂ ਘਰਦਿਆਂ ਨੇ ਬੜਾ ਸਪੋਰਟ ਕੀਤਾ, ਔਰ ਉਸ ਤੋਂ ਬਾਅਦ ਤੁਸੀਂ ਇਸ ਇੰਡਸਟਰੀ ਵਿੱਚ ਆਏ ਹੋ। ਜਿਹੜਾ ਗਾਉਣ ਦਾ ਸ਼ੌਂਕ ਸੀ, ਅਸੀਂ ਵੇਖਿਆ ਕਿ ਸਟੇਜਾਂ 'ਤੇ, ਸਕੂਲਾਂ ਦੀਆਂ 'ਤੇ, ਫਿਰ ਕਾਲਜਾਂ ਦੀਆਂ 'ਤੇ, ਉਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਜੈਨੀ ਜੌਲ ਬਣ ਕੇ ਆਏ ਹੋ। ਉਹ ਸਫ਼ਰ ਕਿੱਥੋਂ ਸ਼ੁਰੂ ਹੁੰਦਾ, ਕਿਵੇਂ ਹੁੰਦਾ? ਜਦੋਂ ਮੈਂ ਛੋਟੀ ਸੀ, ਬਿਲਕੁਲ 3.5-4 ਸਾਲ ਦੀ, ਉਦੋਂ ਮੇਰੇ ਮੰਮਾ ਨੇ ਪਛਾਣਿਆ। ਮੈਂ ਆਪਣੇ ਬ੍ਰਦਰ ਦੀ ਨਾ ਜਿੱਦਾਂ ਬੁੱਕ ਲੈ ਕੇ ਉਹਦਾ ਹਾਰਮੋਨੀਅਮ ਬਣਾ ਕੇ ਤੇ ਬੜੀ ਤੋਤਲੀ ਜਿਹੀ ਆਵਾਜ਼ 'ਚ ਗਾਉਂਦੀ ਸੀ, ਜੋ ਗੁਰਦੁਆਰਾ ਸਾਹਿਬ ਤੋਂ ਸੁਣਨਾ ਉਹ ਗਾਉਣਾ। ਸੋ ਮੇਰੇ ਮੰਮਾ ਨੇ ਪਛਾਣਿਆ ਇਹ ਚੀਜ਼, ਤੋਂ ਉਹਨਾਂ ਨੂੰ ਸਲਾਮ ਆ ਵੀ ਪੈਰੈਂਟਸ ਜੇ ਅੱਗੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ। ਸੋ ਮੇਰੇ ਮੰਮਾ ਨੇ ਮੈਨੂੰ ਮੇਰੇ ਉਸਤਾਦ ਸਾਹਿਬ ਕੋਲ ਲੈ ਕੇ ਗਏ, ਉਸਤਾਦ ਭੁਪਿੰਦਰ ਸਿੰਘ ਜੀ ਘਰਾਣਾ ਸਾਡਾ, ਪੰਡਿਤ ਮਨੀ ਪ੍ਰਸਾਦ ਜੀ ਮੇਰੇ ਦਾਦਾ ਗੁਰੂ ਨੇ। ਸੋ ਉਹਨਾਂ ਕੋਲ ਮੈਨੂੰ ਲੈ ਕੇ ਗਏ, ਬਕਾਇਦਾ ਮੈਨੂੰ ਸੰਗੀਤ ਦੀ ਤਾਲੀਮ, ਕਲਾਸੀਕਲ ਮਿਊਜ਼ਿਕ ਦੀ ਦਵਾਈ ਉਹਨਾਂ ਨੇ। ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਕ ਕਈਆਂ ਲਈ ਹੌਬੀ ਹੁੰਦਾ ਮਿਊਜ਼ਿਕ, ਮੇਰੇ ਲਈ ਮੇਰਾ ਮਿਊਜ਼ਿਕ ਮੇਰਾ ਜਨੂਨ ਸੀ, ਵੀ ਮੈਂ ਬਸ ਕੁਛ ਹੋਰ ਸੋਚਿਆ ਹੀ ਨਹੀਂ ਸੀ, ਵੀ ਛੋਟੇ ਹੁੰਦੇ ਤੋਂ ਸੋਚਿਆ ਸੀ ਵੀ ਸਿੰਗਰ ਹੀ ਬਣਨਾ। ਸੋ ਕਾਲਜ ਆਇਆ, ਪਹਿਲਾਂ ਸਕੂਲ ਸੀ, ਫਿਰ ਕਾਲਜ, ਫਿਰ ਯੂਨੀਵਰਸਿਟੀ, ਬਸ ਚੱਲਦਾ ਰਿਹਾ ਸਿਲਸਿਲਾ। ਜੀ ਬਿਲਕੁਲ, ਜਿਵੇਂ ਕੁੜੀਆਂ ਜਦੋਂ ਇਹ ਆਈਆਂ ਨੇ ਹਮੇਸ਼ਾ ਆਪਣੇ ਗਾਣਿਆਂ ਦੇ ਨਾਲ ਤਾਂ ਇੱਕ ਵੱਖਰੀ, ਪਰ ਜਿਹੜੀ ਤੁਸੀਂ ਇੱਕ ਟਰੈਂਡ ਲੈ ਕੇ ਆਏ ਸੀ, ਉਹ 'ਚ ਭੰਗੜੇ ਵਾਲਾ ਟਰੈਂਡ ਸੈੱਟ ਕੀਤਾ, ਇੰਨੀ ਸੋਹਣੀ ਪਰਫੋਰਮੈਂਸ ਤੁਹਾਡੀ ਸੀ, ਉਹ ਸਾਰਿਆਂ ਦਾ ਦਿਲ ਜਿੱਤਦੀ ਸੀਗੀ। ਉਹ ਫਿਰ ਤੁਹਾਡੇ ਅੰਦਰ ਪਹਿਲਾਂ ਹੀ ਸੀ, ਜਾਂ ਫਿਰ ਜਦੋਂ ਤੁਸੀਂ ਇਸ ਲਾਈਨ 'ਚ ਆਏ ਹੋ ਤੁਹਾਨੂੰ ਕਿਹਾ ਕਿ ਕੁਝ ਵੱਖਰਾ ਲੈ ਕੇ ਆਉਣਾ ਵਾ? ਦੇਖੋ, ਮਤਲਬ ਇਹ ਤਾਂ ਹੈ ਹੀ ਸੀਗੀ ਵੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਹੈ ਨਾ। ਸੋ ਇਹ ਤਾਂ ਚੀਜ਼ ਸੀਗਾ ਹੀ, ਮਤਲਬ ਅੰਦਰ ਮੈਂ ਪਰਫੋਰਮ ਵੀ ਕਰਦੀ ਸੀ, ਗਾਉਂਦੀ ਸੀ। ਪਰ ਜਦੋਂ ਮੈਂ ਇੰਡਸਟਰੀ 'ਚ ਆਈ, ਉਦੋਂ ਫਿਰ ਜਦੋਂ ਅਸੀਂ ਮਿਲੇ ਬੰਟੀ ਮੈਂਸ ਉਹਨਾਂ ਨੇ ਕਿਹਾ ਕਿ ਆਪਾਂ ਮਤਲਬ ਪਰਫੋਰਮੈਂਸ ਮੇਨ ਲੈ ਕੇ ਆਉਣੀ ਆ, ਵੀ ਵੋਕਲ ਤਾਂ ਹੈਗੀ ਆ ਵਧੀਆ ਤੇ ਠੀਕ ਦਿਖਦੀ ਆ ਤੂੰ ਦੇਖਣ ਨੂੰ ਵੀ, ਪਰ ਆਪਾਂ ਪਰਫੋਰਮੈਂਸ 'ਤੇ ਵੀ ਜ਼ੋਰ ਦੇਣਾ, ਵੀ ਕੁਛ ਵੱਖਰਾ ਕਰਨਾ। ਤੇ ਬਸ ਰਲ ਮਿਲ ਕੇ ਸਭ ਡਿਸਾਈਡਡ ਸੀ, ਔਰ ਵਧੀਆ ਰਿਹਾ। ਫਿਰ ਲੋਕਾਂ ਦਾ ਪਹਿਲਾਂ ਹੀ ਜਦੋਂ ਗਾਣਾ ਕੀਤਾ ਤੇ ਲੋਕਾਂ ਨੇ ਹੱਥਾਂ 'ਤੇ ਚੱਕਣ ਵਾਲੀ ਗੱਲ ਸੀ। ਬਿਲਕੁਲ, ਹਾਂ, ਅਸੀਂ ਉਹ ਗਾਣਾ ਵੀ ਜ਼ਰੂਰ ਸੁਣਾਂਗੇ, ਪਰ ਮੈਨੂੰ ਨਾ ਤੁਹਾਡਾ ਇੱਕ ਗਾਣਾ ਬਹੁਤ ਪਸੰਦ ਹੈ ਜੋ ਤੁਹਾਡੀ ਆਵਾਜ਼ ਵਿੱਚ ਹੈ ਨਾ। ਇੱਕ ਤਾਂ ਸਿੱਧੂ ਮੂਸੇਵਾਲੇ ਨਾਲ ਸਥਰਾ ਸਟਾਈਲ, ਤੇ ਦੂਸਰਾ ਮੈਨੂੰ ਜਿਹੜਾ ਬੇਹੱਦ ਮੇਰੇ ਦਿਲ ਦੇ ਕਰੀਬ ਨਾ ਤੁਹਾਡੀ ਆਵਾਜ਼ ਵਿੱਚ, ਉਹ ਬਲਕਾਰ ਸਿੱਧੂ ਉਹਨਾਂ ਦੇ ਨਾਲ ਸੀ, ਮਾਝੇ ਦੀ ਮੋਮਬੱਤੀ ਹੈ ਨਾ। ਸੋ ਮੈਂ ਉਹ ਜ਼ਰੂਰ ਸੁਣਨਾ ਚਾਹਾਂਗੀ ਤੁਹਾਡੇ ਤੋਂ। ਮਾਝੇ ਦੇ ਆ ਚੰਨ ਮੱਖਣਾ, ਚੰਨ ਮੱਖਣਾ, ਚੰਨ ਮੱਖਣਾ, ਮੈਨੂੰ ਛਤਰੀ ਦੀ ਛਾਂ ਕਰ ਜਾ, ਮੈਨੂੰ ਛਤਰੀ ਦੀ ਛਾਂ ਕਰ ਜਾ, ਜਦੋਂ ਦੀਆਂ ਲਾਈਆਂ ਅੱਖੀਆਂ, ਲਾਈਆਂ ਅੱਖੀਆਂ, ਲਾਈਆਂ ਅੱਖੀਆਂ, ਵੇ ਮੇਰਾ ਹਾਏ ਮੇਰਾ, ਹਾਏ ਮੇਰਾ ਦਿਲ ਤੱਕ ਤੱਕ ਕਰਦਾ, ਮੇਰਾ ਦਿਲ ਤੱਕ ਤੱਕ ਕਰਦਾ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਆਵਾਜ਼ ਹੈ। ਜਦੋਂ ਜੈਨੀ ਜੌਲ ਨੇ ਆਪਣਾ ਇਸ ਜੈਨੀ ਦੇ ਨਾਮ ਤੋਂ ਉਤਰਨਾ ਸੀ ਇਸ ਇੰਡਸਟਰੀ ਦੇ ਵਿੱਚ, ਉਦੋਂ ਪਹਿਲਾਂ ਜਿਹੜਾ ਸਫ਼ਰ, ਪਿਛਲੇ ਸਫ਼ਰ ਦੀ ਗੱਲ ਕਰਾਂਗੇ ਤੁਹਾਡੇ ਦੀ, ਉਦੋਂ ਕਿੰਨਾ ਕੁ ਔਖਾ ਸੀਗਾ ਕਿ ਇਸ ਤਰੀਕੇ ਨਾਲ ਅੱਗੇ ਆਉਣਾ ਆ, ਪਤਾ ਨਹੀਂ ਕੋਈ ਵੱਡਾ ਨਾਮਵਰ ਬੰਦਾ ਲੈ ਗਿਆ ਨਹੀਂ, ਤਾਂ ਪਿਛਲੇ ਸਮੇਂ ਦੀ ਅਸੀਂ ਪਹਿਲਾਂ ਤੁਹਾਡੀ ਸਫ਼ਰ ਜਾਣਨਾ ਚਾਹਾਂਗੇ। ਉਹ ਟਾਈਮ ਬਹੁਤ ਮੁਸ਼ਕਿਲਾਂ ਭਰਿਆ ਹੁੰਦਾ ਆ ਹਰ ਆਰਟਿਸਟ ਦੀ, ਜਦੋਂ ਇੱਕ ਬੰਦਾ ਸਟਰਗਲ ਕਰ ਰਿਹਾ ਹੁੰਦਾ ਨਾ ਇੱਕ ਆਪਣਾ ਮੁਕਾਮ ਬਣਾਉਣ ਲਈ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉੱਥੇ ਵੀ, ਉਸ ਦੌਰਾਨ ਵੀ ਮੈਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਫੇਸ ਕੀਤੀਆਂ ਕਿ ਲਾਈਕ ਸ਼ਰਤਾਂ ਰੱਖੀਆਂ ਜਾਂਦੀਆਂ ਸੀ, ਫੀਮੇਲ ਸਿੰਗਰ ਦਾ ਅੱਗੇ ਆਉਣਾ ਔਖਾ ਆ।
ਸੋ ਮੈਨੂੰ ਪਰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਮੈਨੂੰ ਲੱਗਦਾ ਕਿ ਲੰਬਾ ਸਮਾਂ ਮੈਂ ਸਟਰਗਲ ਜ਼ਰੂਰ ਕੀਤਾ, ਪਰ ਮੈਂ ਕੋਈ ਸ਼ਾਰਟਕਟ ਨਹੀਂ ਲਿਆ ਸਕਸੈਸ ਲਈ। ਵੀ ਮੈਂ ਆਪਣੇ ਪ੍ਰਿੰਸੀਪਲਸ ਨੂੰ ਕਾਇਮ ਰੱਖ ਕੇ, ਮੈਨੂੰ ਇਹ ਸੀ ਵੀ ਮੇਰੇ ਜਿਹੜੇ ਅਸੂਲ ਆ ਉਹ ਮੈਂ ਕਾਇਮ ਰੱਖ ਕੇ ਅੱਗੇ ਆਵਾਂ, ਔਰ ਮੈਨੂੰ ਉਸ ਚੀਜ਼ ਦੀ ਖੁਸ਼ੀ ਵੀ ਹੈ ਕਿ ਮਤਲਬ ਉਹ ਸਟਰਗਲ ਬਹੁਤ ਲੰਬਾ ਟਾਈਮ ਸੀ, ਔਰ ਬਹੁਤ ਕੁਛ ਫੇਸ ਕਰਨਾ ਪੈਂਦਾ ਉਹਨਾਂ ਟਾਈਮਾਂ 'ਚ ਨਾ। ਤੇ ਪਰ ਘਰਦਿਆਂ ਦਾ ਸਪੋਰਟ ਸੀ ਪੂਰਾ, ਮੇਰੇ ਗੁਰੂ ਜੀ ਦਾ ਪੂਰਾ ਸਪੋਰਟ ਸੀਗਾ ਵੀ ਤੂੰ ਕੋਈ ਨਹੀਂ, ਇੱਕ ਕਹਿੰਦੇ ਹੁੰਦੇ ਸੀ ਕਿ 12 ਸਾਲਾਂ ਬਾਅਦ ਤਾਂ ਨਾ ਰੂੜੀ ਦੀ ਵੀ ਸੁਣੀ ਜਾਂਦੀ ਹੈ, ਤੇ ਜੇ ਤੂੰ ਮਿਹਨਤ ਕੀਤੀ, ਇੰਨੇ ਸਾਲ ਤੈਨੂੰ ਹੋ ਗਏ ਆ ਸਿੱਖਦਿਆਂ, ਤੂੰ ਬਚਪਨ ਤੋਂ ਲੈ ਕੇ ਹੁਣ ਤੱਕ ਸਿੱਖ ਰਹੀ ਆ, ਤੇ ਕੋਈ ਨਹੀਂ ਇੱਕ ਦਿਨ ਆਊਗਾ ਹੀ, ਵੀ ਫਿਰ ਆਊਗਾ ਤੇ ਫਿਰ ਵਧੀਆ ਹੀ ਆਊਗਾ। ਸਬਰ ਰੱਖ। ਸੋ ਸੀਗਾ ਉਹ ਥੋੜਾ ਔਖਾ ਟਾਈਮ। ਫਿਰ ਇੰਨੀ ਖੂਬਸੂਰਤ ਆਵਾਜ਼ ਤੇ ਬੰਟੀ ਬੈਂਸ ਉਹਨਾਂ ਦੀ ਜਿਹੜੀ ਨਿਗਾਹ ਆ, ਕਹਿੰਦੇ ਕਿ ਇੱਕ ਜਿਹੜਾ ਹੀਰੇ ਨੂੰ ਪਰਖਣਾ ਹੁੰਦਾ ਜੌਹਰੀ ਪਰਖਦਾ ਹੁੰਦਾ ਕਿ ਹਾਂ, ਤਾਂ ਫਿਰ ਉਸ ਜੌਹਰੀ ਦੀ ਨਿਗਾਹ ਤੁਹਾਡੇ ਤੇ ਕਿੱਦਾਂ ਪਈ? ਮੈਨੂੰ ਲੱਗਦਾ ਜਦੋਂ ਸਾਡੀ ਉਦੋਂ ਉਹਨਾਂ ਦਿਨਾਂ 'ਚ ਉਹਨਾਂ ਨੇ ਕੌਰਬੀ ਦੇ ਗਾਣੇ ਕੀਤੇ ਸੀ, ਔਰ ਬਹੁਤ ਮਕਬੂਲ ਹੋਏ ਸੀਗੇ ਉਹਨਾਂ ਦੇ ਗਾਣੇ, ਔਰ ਮੈਨੂੰ ਉਹਨਾਂ ਦਾ ਹੀ ਨਾਮ ਜ਼ਿਆਦਾ ਫੇਮਸ ਸੀ। ਮੈਨੂੰ ਇੰਡਸਟਰੀ ਦਾ ਇੰਨਾ ਕਿਸੇ ਦਾ ਪਤਾ ਨਹੀਂ ਸੀ, ਮੈਂ ਕਿਹੜਾ ਵਿੱਚ ਪੈ ਕੇ ਦੇਖਿਆ ਸੀ ਵੀ ਇੰਡਸਟਰੀ ਕਿੱਦਾਂ ਹੈ ਨਾ, ਕੌਣ ਕੌਣ ਕਰ ਰਿਹਾ ਵਧੀਆ। ਸੋ ਇੱਕ ਉਹਨਾਂ ਦਾ ਹੀ ਨਾਮ ਸੀਗਾ ਸਾਹਮਣੇ। ਅਸੀਂ ਉਹਨਾਂ ਨੂੰ ਜਦੋਂ ਕਾਲ ਕੀਤਾ, ਉਹਨਾਂ ਨੇ ਕੁਦਰਤੀ ਕਾਲ ਚੱਕ ਲਿਆ, ਔਰ ਜਦੋਂ ਕਹਿੰਦੇ ਕਿ ਇੱਕ ਵੋਇਸ ਨੋਟ ਭੇਜੋ ਤੇ ਇੱਕ ਪਿਕਚਰ ਭੇਜੋ, ਤੇ ਜਦੋਂ ਉਹਨਾਂ ਨੇ ਪਿਕਚਰ ਭੇਜੀ ਮੈਂ ਤੇ ਵੋਇਸ ਨੋਟ ਭੇਜਿਆ, ਤੇ ਉਹਨਾਂ ਨੇ ਮੰਮਾ ਨੂੰ ਕਿਹਾ ਵੀ ਜੇ ਇਹ ਇੰਨੀ ਵਧੀਆ ਜਿੰਨੀ ਇਹਦੀ ਆਵਾਜ਼ ਆ, ਵੀ ਜੇ ਜਿੰਨੀ ਇਹ ਸੋਹਣੀ ਲੱਗ ਰਹੀ ਹੈ ਇਹਦੇ 'ਚ ਫੋਟੋ 'ਚ, ਜੇ ਉਨੀ ਵਧੀਆ ਪਰਫੋਰਮਰ ਵੀ ਹੋਊਗੀ ਤੇ 1 ਸਾਲ 'ਚ ਸੁਪਰਸਟਾਰ ਹੋਊਗੀ। ਔਰ ਉਹ ਵਾਕਈ ਉਹ ਜਦੋਂ ਯਾਰੀ ਜੱਟੀ ਦੀ ਗਾਣਾ ਆਇਆ, ਫਿਰ ਉਹ ਬਹੁਤ ਵਧੀਆ ਰਿਸਪੌਂਸ ਰਿਹਾ ਉਸ ਗਾਣੇ ਨੂੰ। ਬਿਲਕੁਲ। ਜੋ ਤੁਸੀਂ ਕਹਿੰਦੇ ਕਿ ਮੈਂ ਸ਼ਾਰਟਕਟ ਨਹੀਂ ਲਿਆ, ਬਟ ਬਿਲਕੁਲ ਤੁਹਾਨੂੰ ਲੰਬਾ ਸਮਾਂ ਹੋ ਗਿਆ ਇੱਥੇ, ਤਾਂ ਥੋੜ੍ਹੇ ਵਕਫੇ ਬਾਅਦ ਗਾਣਾ ਆਉਣ ਦਾ ਕੀ ਕਾਰਨ ਸੀਗਾ ਕਿ ਲੰਬੇ ਸਮੇਂ ਬਾਅਦ ਗਾਣਾ ਆਉਂਦਾ ਸੀਗਾ? ਪਤਾ ਨਹੀਂ ਹੁਣ, ਇਹ ਤਾਂ ਇਹ ਹਮੇਸ਼ਾ ਮੇਰੇ ਲਈ ਇਹ ਇੱਕ ਮਤਲਬ ਗੁੱਥੀ ਰਹੀ ਹੈ, ਸੁਲਝਾਉਂਦੀ ਰਹੀ ਹਾਂ ਮੈਂ ਜਿੰਨਾ ਟਾਈਮ ਮੈਂ ਸਾਈਨਡ ਸੀਗੀ ਉਹਨਾਂ ਨਾਲ, ਕਿ ਕੀ ਐਵੇਂ ਦਾ ਰੀਜ਼ਨ ਸੀ ਵੀ ਮਤਲਬ ਸਾਲ ਬਾਅਦ 6 ਮਹੀਨੇ ਬਾਅਦ, ਕਈ ਵਾਰੀ 1.5 ਸਾਲ ਬਾਅਦ ਵੀ ਗਾਣਾ ਆਉਂਦਾ ਸੀ। ਉਹ ਚੀਜ਼ ਮੈਨੂੰ ਉਸ ਟਾਈਮ 'ਤੇ ਬਹੁਤ ਡਿਪਰੈਸ ਕਰਦੀ ਸੀ ਵੀ ਮਤਲਬ ਮੇਰੇ ਨਾਲ ਵਾਲੇ ਜਿਹੜੇ ਆਰਟਿਸਟ ਨੇ ਉਹ ਲਾਈਕ ਉਹਨਾਂ ਦੇ ਬੈਕ ਟੂ ਬੈਕ ਮਹੀਨੇ ਬਾਅਦ ਹੀ ਗਾਣੇ ਆਉਂਦੇ, ਔਰ ਮੇਰਾ ਟਾਈਮ ਗੈਪ ਬਹੁਤ ਪੈਂਦਾ ਸੀ। ਉਸ ਚੀਜ਼ ਕਰਕੇ ਮੈਂ ਥੋੜ੍ਹੀ ਔਖੀ ਸੀਗੀ ਵੀ ਉਸ ਚੀਜ਼ ਦਾ ਓਬਵੀਅਸਲੀ ਅਸਰ ਜ਼ਰੂਰ ਪਿਆ ਤੁਹਾਡੇ ਕਰੀਅਰ 'ਚ। ਹਾਂਜੀ ਬਿਲਕੁਲ, ਓਬਵੀਅਸਲੀ ਪਊਗਾ ਨਾ, ਜਦੋਂ ਤੁਸੀਂ ਟਾਈਮ ਗੈਪ ਹੀ ਇੰਨਾ ਹੋ ਗਿਆ, ਔਰ ਬਾਕੀਆਂ ਦੇ ਜਦੋਂ ਤੁਸੀਂ ਆਪਣੀ ਇੱਕ ਸਪੇਸ ਛੱਡਤੀ ਤੇ ਫਿਰ ਨਾਲ ਦਿਆਂ ਦੇ ਬੈਕ ਟੂ ਬੈਕ ਆ ਰਿਹਾ, ਤੁਹਾਡਾ ਨਹੀਂ ਆ ਰਿਹਾ, ਫਿਰ ਉਸ ਚੀਜ਼ ਦਾ ਫਰਕ ਤਾਂ ਪੈਂਦਾ ਹੀ ਹੈ ਕਿਤੇ। ਪਰ ਮੈਂ ਇਸ ਚੀਜ਼ ਦੀ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੀ ਕਿ ਵੀ ਵੋਕਲ ਕਰਕੇ ਸ਼ਾਇਦ, ਜਾਂ ਕਿ ਮੇਰੇ ਆਫ ਸੀਜ਼ਨਸ ਦੇ ਵਿੱਚ ਵੀ ਸ਼ੋਅ, ਜਿਹੜੇ ਜਦੋਂ ਆਰਟਿਸਟਾਂ ਦੇ ਨਹੀਂ ਸੀ ਲੱਗਦੇ, ਮੇਰੇ ਆਫ ਸੀਜ਼ਨ 'ਚ ਵੀ ਸ਼ੋਅ ਮੈਂ ਲਾਏ ਆ ਉਹਨਾਂ ਦਿਨਾਂ ਜਦੋਂ ਮੈਂ ਸਟਾਰਟਿੰਗ ਦੀ ਗੱਲ ਕਰ ਰਹੀ ਹਾਂ। ਸੋ ਇਹ ਵਧੀਆ ਰਹੀ ਹੈ ਗੱਲ ਮੇਰੇ ਲਈ। ਜੀ ਬਿਲਕੁਲ। ਜਿਵੇਂ ਇਹ ਕਿੰਨਾ ਕੁ ਨੁਕਸਾਨ ਹੁੰਦਾ ਜਾਂ ਕਿ ਫਾਇਦਾ ਹੁੰਦਾ ਜਦੋਂ ਕੋਈ ਆਰਟਿਸਟ ਜਿਹੜਾ ਆ ਕਿਸੇ ਨਾਲ ਸਾਈਨ ਹੋ ਜਾਵੇ, ਹੈ ਨਾ, ਫਿਰ ਉਹ ਇੱਕ ਬੌਂਡ ਹੀ ਹੁੰਦਾ ਉਹਦੇ ਵਿੱਚ ਕਿ ਇੱਧਰ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਆਹ ਨਹੀਂ ਕਰਨਾ, ਕੋਈ ਵੱਡੀ ਓਪਰਚੁਨਿਟੀ ਆਉਂਦੀ ਹੋਵੇ ਅਸੀਂ ਉਹ ਵੀ ਹੱਥੋਂ ਗਵਾ ਬੈਠਦੇ ਹਾਂ, ਕਿਉਂਕਿ ਤੁਸੀਂ ਓਬਵੀਅਸਲੀ ਕਮਿਟਮੈਂਟ ਕੀਤੀ ਹੁੰਦੀ ਹੈ ਨਾ ਕਿਸੇ ਨਾਲ, ਤੁਸੀਂ ਸਾਈਨ, ਬਹੁਤ ਸਾਰੇ ਡਿਸੀਜਨਸ ਜੋ ਤੁਹਾਡੇ ਆਪਣੇ ਨਹੀਂ ਹੁੰਦੇ ਹੈ ਨਾ, ਕਿ ਬਹੁਤ ਸਾਰੇ ਗਾਣੇ ਹੁੰਦੇ, ਬਹੁਤ ਸਾਰੀਆਂ ਫਿਲਮਾਂ ਹੁੰਦੀਆਂ। ਸੋ ਮੈਂ ਐਵੇਂ ਦੇ ਬਹੁਤ ਸਾਰੇ ਚਾਂਸਿਸ ਗਵਾਏ ਨੇ ਉਹਨਾਂ ਦਿਨਾਂ 'ਚ। ਸੋ ਉਸ ਚੀਜ਼ ਦਾ ਮੈਨੂੰ ਰਿਗਰੈਟ ਰਹਿੰਦਾ, ਪਰ ਮੈਨੂੰ ਫਿਰ ਇਹ ਵੀ ਲੱਗਦਾ ਵੀ ਜੋ ਕਿਸਮਤ 'ਚ ਲਿਖਿਆ ਹੁੰਦਾ ਉਹ ਹੀ ਮਿਲਦਾ ਆ, ਉਸ ਤੋਂ ਬਾਅਦ ਨਹੀਂ ਉਹਦੇ ਫਿਰ ਬਹਾਨੇ ਬਣਦੇ ਨੇ ਪਰਮਾਤਮਾ ਵੱਲੋਂ, ਹੈ ਨਾ। ਸੋ ਇਹ ਚਲੋ ਚੱਲਦਾ ਆਉਂਦਾ ਰਹਿੰਦਾ ਹੈ ਤਾਂ ਸਾਰਾ। ਇੰਡਸਟਰੀ ਨੇ ਕਿੰਨਾ ਸਪੋਰਟ ਕੀਤਾ ਤੁਹਾਨੂੰ? ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕੋਈ ਸਪੋਰਟ ਨਹੀਂ ਸੀਗਾ। ਥੱਲੇ ਖਿੱਚਣ ਲਈ ਸਪੋਰਟ, ਮਤਲਬ ਦੂਸਰੇ ਥੱਲੇ ਖਿੱਚਣ ਲਈ ਜ਼ਰੂਰ ਜ਼ੋਰ ਲੱਗਦੇ ਨੇ, ਪਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਇਸ ਇੰਡਸਟਰੀ 'ਚ। ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਹੈ, ਇੰਡਸਟਰੀ ਦੀ ਕੌੜੀ ਸੱਚਾਈ ਹੈ ਵੀ ਜਿਹੜਾ ਬੰਦਾ ਅੱਗੇ ਵਧਣ ਵਾਲਾ ਹੁੰਦਾ ਉਹਨੂੰ ਸੁੱਟਿਆ ਹੀ ਜਾਂਦਾ, ਉਹਨੂੰ ਮਤਲਬ ਹੈਲਪ ਨਹੀਂ ਕੀਤੀ ਜਾਂਦੀ। ਜੋ ਤੁਸੀਂ ਅੱਗੇ ਵਧਣਾ ਸ਼ੁਰੂ ਕੀਤਾ ਸੀਗਾ ਕਿ ਇੱਕ ਗਾਣਾ ਆਇਆ, ਸੁਪਰ ਡੁਪਰ ਹਿੱਟ ਰਿਹਾ, ਫਿਰ ਅਗਲੇ ਗਾਣੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਫਿਰ ਉਹ ਅਗਲਾ ਵੀ ਧਮਾਲ ਮਚਾਤੀ ਉਹਨੇ, ਹੈ ਨਾ, ਅਗਲੇ ਨੇ ਵੀ। ਤਾਂ ਮੁਟਿਆਰ ਜੱਟ ਦੀ ਵੀ ਸਾਰੇ ਮਤਲਬ ਜ਼ਰੂਰ ਗਾਣਾ, ਚਲੋ ਮੈਂ ਇਹ ਵੀ ਉਹਨਾਂ ਟਾਈਮਾਂ 'ਚ ਮੰਨ ਲੈਂਦੀ ਕਿ ਜੇ ਗਾਣਾ ਇੰਨੇ ਟਾਈਮ ਬਾਅਦ ਆਉਂਦਾ ਸੀ ਤਾਂ ਬਹੁਤ ਵਧੀਆ ਵੀ ਹੁੰਦਾ ਸੀ, ਪਰ ਕੁਛ ਟਾਈਮ ਬਾਅਦ ਇੱਦਾਂ ਹੋਣ ਲੱਗ ਗਿਆ ਸੀਗਾ ਕਿ ਮਤਲਬ ਵੀਡੀਓ ਦਾ ਜਾਂ ਹਰੇਕ ਚੀਜ਼ ਦਾ ਉਹ ਲੈਵਲ ਅਪ ਹੋਣ ਦੀ ਜਗ੍ਹਾ ਉਹ ਘੱਟ ਹੋਣਾ ਸ਼ੁਰੂ ਹੋ ਗਿਆ ਸੀ, ਜਿਹੜੀ ਚੀਜ਼ ਮੈਨੂੰ ਤਕਲੀਫ ਦੇ ਰਹੀ ਸੀ ਵੀ ਕਿਉਂ, ਜਦੋਂ ਤੁਸੀਂ ਖੁਦ ਕਹਿ ਰਹੇ ਹੋ ਵੀ ਮੇਰੇ ਆਰਟਿਸਟ ਵਿੱਚ ਇੰਨੀ ਪੋਟੈਂਸ਼ੀਅਲ ਆ, ਤਾਂ ਫਿਰ ਮਤਲਬ ਉਹਨੂੰ ਅੱਗੇ ਕਿਉਂ ਨਹੀਂ ਲਿਆਂਦਾ ਜਾ ਰਿਹਾ, ਹੈ ਨਾ। ਇਹਨਾਂ ਚੀਜ਼ਾਂ ਦਾ ਗਿਲਾ ਸੀ ਮੈਨੂੰ, ਇਸ ਕਰਕੇ ਬਸ ਫਿਰ ਕਈ ਵਾਰੀ ਇੱਦਾਂ ਹੋਇਆ ਵੀ ਮਤਲਬ ਜਦੋਂ ਤੁਹਾਡਾ ਜਿਹਨਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਜਦੋਂ ਉਹ ਤੁਹਾਨੂੰ ਵਿਰੋਧੀ ਆਰਟਿਸਟਾਂ ਦੇ ਗਾਣੇ ਦਿਖਾ ਕੇ ਕਹਿਣ ਵੀ ਦੇਖ ਮੈਂ ਇਹਦੇ ਨਾਲ ਵੀ ਕੰਮ ਕਰ ਰਿਹਾ, ਮੈਂ ਇਹਨੂੰ ਸਪੋਰਟ ਕਰ ਰਿਹਾ, ਮੈਂ ਇਹਨੂੰ ਹਾਈਲਾਈਟ ਕਰ ਰਿਹਾ ਬਹੁਤ, ਅਤੇ ਤੁਹਾਡਾ ਸਾਲ 1.5 ਸਾਲ ਤੋਂ ਗਾਣਾ ਨਾ ਹੋ ਰਿਹਾ ਹੋਵੇ, ਔਰ ਉਹ ਚੀਜ਼ਾਂ ਫਿਰ ਤਕਲੀਫ ਦਿੰਦੀਆਂ ਸੀ, ਉਹਦੇ ਕਰਕੇ ਡਿਫਰੈਂਸਿਸ
ਪੈਦਾ ਹੋਣੇ ਸ਼ੁਰੂ ਹੋ ਗਏ ਸੀ ਸਾਡੇ 'ਚ। ਤੇ ਹੋਰ ਤੇ ਕੋਈ ਕਾਰਨ ਨਹੀਂ ਹੈ ਉੱਦਾਂ ਦਿਲੋਂ ਰਿਸ਼ਤਾ। ਤੇ ਜੇ ਤੁਸੀਂ ਕਿਸੇ ਨੂੰ ਭਰਾ ਕਹਿ ਲਿਆ, ਭੈਣ ਕਹਿ ਲਿਆ, ਤਾਂ ਰਿਸ਼ਤਾ ਤੇ ਫਿਰ ਦੋ ਭਰਾ ਵੀ ਵੱਖ ਹੁੰਦੇ ਆ, ਹੈ ਨਾ। ਇੱਦਾਂ ਜਦੋਂ ਵੱਖਰੇਵੇਂ ਆਪਸ 'ਚ ਤੁਹਾਡੇ ਡਿਸਪਿਊਟਸ ਪੈਦਾ ਹੁੰਦੇ ਆ। ਪਰ ਬਸ ਇਹ ਚੀਜ਼ਾਂ ਸੀ। ਜਿਵੇਂ ਮੈਂ ਸ਼ੁਰੂਆਤ ਵਿੱਚ ਵੀ ਕਿਹਾ ਕਿ ਇੱਕ ਮਾਂ ਧੀ ਨੂੰ ਬਹੁਤ ਕੁਝ ਸਮਝਾਉਂਦੀ ਹੈ। ਤੁਸੀਂ ਆਪਣੀ ਮੰਮਾ ਨੂੰ ਆਪਣੀ ਬੈਸਟ ਫਰੈਂਡ ਮੰਨਦੇ ਹੋ, ਹੈ ਨਾ। ਹਾਂਜੀ, ਮੰਮਾ ਨੇ ਬਹੁਤ ਕੁਝ ਸਮਝਾਇਆ। ਹਾਂਜੀ। ਫਿਰ ਜਦੋਂ ਆਹ ਚੀਜ਼ਾਂ ਤੁਸੀਂ ਫੇਸ ਕਰਦੇ ਸੀ, ਕਹਿੰਦੇ ਕਿ ਅਸੀਂ ਜੋ ਸਾਡੇ ਦਿਲ ਦੇ ਬਹੁਤ ਕਰੀਬੀ ਹੁੰਦਾ ਨਾ, ਅਸੀਂ ਉਹਨਾਂ ਨੂੰ ਜਾ ਕੇ ਹੀ ਦੱਸ ਪਾਉਣੇ। ਉਹਨਾਂ ਨੇ ਤਾਂ ਬਹੁਤ ਕੁਝ ਵਿਟਨੈਸ ਕੀਤਾ, ਮੇਰੀ ਫੈਮਿਲੀ ਨੇ। ਮੇਰੀ ਹਾਲਤ ਜੋ ਮੇਰੀ ਫੈਮਿਲੀ ਨੇ ਵੇਖੀ ਆ, ਇੱਕ ਪਰਦੇ ਦੇ ਪਿੱਛੇ ਬਹੁਤ ਕੁਝ ਚੱਲਦਾ ਹੁੰਦਾ ਆ ਜੋ ਆਮ ਲੋਕਾਂ ਨੂੰ ਸਿਰਫ ਇੰਨਾ ਨਜ਼ਰ ਆਉਂਦਾ ਵੀ ਹਾਂ ਆਹ ਆਰਟਿਸਟ ਆਇਆ ਸੀ, ਇਹ ਨਜ਼ਰ ਤੋਂ ਪਰੇ ਚਲਾ ਗਿਆ, ਵੀ ਮਤਲਬ ਇਹਦਾ ਸ਼ਾਇਦ ਇਹਦਾ ਕੁਦਰਤੀ ਡਾਊਨਫਾਲ ਸ਼ੁਰੂ ਹੋ ਗਿਆ ਜਾਂ ਕਿਸੇ ਨੇ ਮਤਲਬ ਲੋਕਾਂ ਨੂੰ ਆਹ ਰਿਐਲਿਟੀ ਨਹੀਂ ਪਤਾ ਹੁੰਦੀ ਵੀ ਪਿੱਛੇ ਕੀ ਕੁਝ ਚੱਲਦਾ ਆ, ਹੈ ਨਾ। ਵੀ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਵੇਖ ਕੇ ਬੜੇ ਸਾਰੇ ਆਰਟਿਸਟ ਫੋਲੋ ਕਰਕੇ, ਤੁਹਾਡਾ ਸਟਾਈਲ ਫੋਲੋ ਕਰਕੇ ਅੱਗੇ ਆਉਂਦੇ ਆ, ਹੈ ਨਾ, ਔਰ ਉਹ ਵਧੀਆ, ਤੇ ਤੁਹਾਨੂੰ ਪਿੱਛੇ ਖਿੱਚਿਆ ਜਾਂਦਾ, ਫਿਰ ਉਹ ਚੀਜ਼ਾਂ ਤਕਲੀਫ ਦਿੰਦੀਆਂ ਆ ਕਿਤੇ ਨਾ ਕਿਤੇ। ਵੀ ਜਦੋਂ ਤੁਸੀਂ ਆਪਣਾ ਐਫਰਟ ਵੀ 100% ਦੇ ਰਹੇ ਹੁੰਦੇ ਹੋ, ਔਰ ਮਤਲਬ ਸੋ ਯਾਰ ਇੱਕ ਧੀ ਜਦੋਂ ਮਾਂ ਦੇ ਕੋਲ ਬੈਠਦੀ ਹੁੰਦੀ ਨਾ, ਤਾਂ ਬੜੇ ਅਸੀਂ ਇਮੋਸ਼ਨਲ ਵੀ ਹੋ ਜਾਂਦੇ ਹਾਂ, ਆਪਣੀ ਹਰ ਚੀਜ਼ ਸਾਂਝੀ ਕਰਦੇ ਹਾਂ। ਫਿਰ ਮਦਰ ਸਾਨੂੰ ਬਹੁਤ ਤਰੀਕੇ ਨਾਲ ਸਮਝਾਉਂਦੇ ਕਿ ਕੋਈ ਨਹੀਂ, ਆਉਣ ਵਾਲਾ ਸਮਾਂ ਤੁਹਾਡਾ ਹੋਏਗਾ। ਆਉਣ ਵਾਲਾ ਸਮਾਂ ਤੁਹਾਡਾ ਹੋਇਆ ਵੀ ਹੈ। ਅੱਜ ਤੁਸੀਂ ਇਹ ਜਾਣਦੇ ਵੀ ਸਾਰੇ ਕਿਤੇ ਬਹੁਤ ਪਿਆਰ ਵੀ ਦਿੰਦੇ ਆ ਤੁਹਾਨੂੰ ਸਾਰੇ। ਪਰ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਸੀ, ਮੰਮਾ ਕੋਲ ਆ ਕੇ ਤੁਸੀਂ ਬੈਠਦੇ ਸੀ, ਉਦੋਂ ਮਾਤਾ ਜੀ ਤੁਹਾਨੂੰ ਬੇਸ਼ੱਕ ਸਮਝਾਉਂਦੇ ਰਹੇ ਆ, ਤੁਸੀਂ ਕਿਹੜੀ ਗੱਲ ਤੋਂ ਜ਼ਿਆਦਾ ਸ਼ਿਕਵਾ ਕਰਦੇ ਸੀ, ਮੇਰੇ ਨਾਲ ਐਂ ਕਿਉਂ? ਹਾਂਜੀ, ਉਹ ਸਵਾਲਾਂ ਦੇ ਮਤਲਬ ਉਹੀ ਗੱਲ ਨਾ ਕਿ ਤੁਸੀਂ ਆਪਣਾ ਦਿਲ ਖੋਲ੍ਹ ਦਿਓ ਆਪਣੇ ਮਾਂ-ਬਾਪ ਦੇ ਅੱਗੇ, ਹੈ ਨਾ, ਤੇ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਦੁਖੀ ਹੁੰਦੇ ਆ। ਕਈ ਵਾਰੀ ਮੈਂ ਸੋਚਣਾ ਵੀ ਨਹੀਂ, ਆਪਣੇ ਦਿਲ ਤੱਕ ਹੀ ਰੱਖਾਂ ਜੋ ਵੀ ਮੈਂ ਫੀਲ ਕਰ ਰਹੀ। ਪਰ ਕਈ ਵਾਰੀ ਹੁੰਦਾ ਨਾ, ਆਊਟ ਆਫ ਕੰਟਰੋਲ ਹੋ ਜਾਂਦੇ ਹੋ ਤੁਸੀਂ। ਐਂਡ ਮੈਂ ਇੱਥੇ ਸ਼ਾਇਦ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਮੈਂ ਇੰਨਾ ਔਖਾ ਟਾਈਮ ਫੇਸ ਕੀਤਾ ਆ ਵੀ ਮੇਰੇ ਨਾਲ ਉਹ ਕੁਛ ਹੋ ਰਿਹਾ ਸੀ ਇੰਡਸਟਰੀ 'ਚ, ਕੌਨਸਪੀਰੇਸੀਜ਼, ਇੰਨਾ ਕੁਛ ਵੀ ਮਤਲਬ ਲਿਟਰਲੀ ਮੇਰੇ ਮਾਈਂਡ 'ਚ ਸੁਸਾਈਡਲ ਥਾਟਸ ਆਉਂਦੇ ਸੀ ਵੀ ਮਤਲਬ ਮੈਂ ਖ਼ਤਮ ਕਰ ਲੈਣੀ ਆਪਣੀ ਲਾਈਫ। ਵੀ ਮੇਰੇ ਨਾਲ ਵੀ ਮੈਂ ਜਦੋਂ ਮੈਨੂੰ ਲੋਕੀ ਸਵਾਲ ਕਰਦੇ ਆ ਵੀ ਮੈਂ ਕਿਉਂ ਜਵਾਬਦੇਹ ਹੋਵਾਂ ਕਿਸੇ ਚੀਜ਼ ਦੀ, ਜਦੋਂ ਮੈਨੂੰ ਪਤਾ ਆ ਕਿ ਮੇਰੇ 'ਚ ਕੀ ਪੋਟੈਂਸ਼ੀਅਲ ਆ ਜਾਂ ਮੈਂ ਕਿੰਨਾ ਹਾਰਡ ਵਰਕ ਕਰਦੀ ਹਾਂ, ਫਿਰ ਵੀ ਕਿਤੇ ਨਾ ਕਿਤੇ ਜਾ ਕੇ ਮੇਰੇ ਗਾਣੇ ਜਿਹੜੇ ਉਹ ਰੋਕੇ ਜਾਂਦੇ ਆ, ਜਾਂ ਮੇਰੇ ਨਾਲ ਬਹੁਤ ਸਾਰੀਆਂ ਕੌਨਸਪੀਰੇਸੀਜ਼ ਹੁੰਦੀਆਂ ਆ ਨਾ। ਬਹੁਤ ਇੱਕ ਕਹਿ ਲਓ ਕਿ ਇੱਕ ਬੜਾ ਤਗੜੇ ਲੈਵਲ 'ਤੇ ਇੱਕ ਲੌਬੀ ਕ੍ਰੀਏਟ ਹੋ ਜਾਂਦੀ ਹੈ ਤੁਹਾਡੇ ਅਗੇਂਸਟ, ਜਦੋਂ ਵੀ ਇੰਡਸਟਰੀ ਦੇ ਬਹੁਤ ਸਾਰੇ ਲੋਕ ਹੱਥ ਮਿਲਾ ਲੈਂਦੇ ਆ, ਹੈ ਨਾ, ਬਹੁਤ ਸਾਰੇ ਪ੍ਰੋਡਿਊਸਰ ਰਲ ਕੇ ਡੀਲ ਕਰ ਲੈਂਦੇ ਵੀ ਇਸ ਕੁੜੀ ਤੋਂ ਸਾਨੂੰ ਖਤਰਾ, ਇਹਨੂੰ ਸੁੱਟਾਂਗੇ ਅਤੇ ਅੱਗੇ ਆਵਾਂਗੇ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਮੈਂ ਡਾਇਰੈਕਟਲੀ ਕਿਸੇ ਦਾ ਨਾਮ ਨਹੀਂ ਲਊਂਗੀ, ਪਰ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮੈਂ ਫੇਸ ਕੀਤੀਆਂ ਆਪਣੀ ਲਾਈਫ ਵਿੱਚ ਜੋ ਲੋਕਾਂ ਨੂੰ ਨਹੀਂ ਪਤਾ। ਬਿਲਕੁਲ ਉਹੀ ਹੈ ਨਾ, ਹਰ ਕੋਈ ਕਹਿੰਦੇ ਲੋਕਾਂ ਦੇ ਮੂੰਹ ਫੜਨੇ ਬੜੇ ਮੁਸ਼ਕਲ ਹੁੰਦੇ ਨੇ। ਸਾਨੂੰ ਬਹੁਤ ਸਾਰੀਆਂ ਕੰਨਾਂ 'ਚ ਗੱਲਾਂ ਪੈਂਦੀਆਂ ਨੇ, ਬਸ ਮੈਨੂੰ ਲੱਗਦਾ ਕਿ ਇੱਧਰੋਂ ਸੁਣ ਕੇ ਇੱਧਰ ਕੱਢਣੀ ਚਾਹੀਦੀ ਆ, ਹੈ ਨਾ। ਪਰ ਜਿੱਦਾਂ ਤੁਸੀਂ ਸਭ ਚੀਜ਼ਾਂ ਸੁਣਦੇ ਆਏ ਹੋ, ਪਰ ਫਿਰ ਵੀ ਟਿਕੇ ਹੋਏ ਟਿਕਾ ਤੁਸੀਂ ਬਹੁਤ, ਭਾਵੇਂ ਤੁਸੀਂ ਨਾ ਥੋੜ੍ਹਾ, ਪਰ ਤੁਹਾਡੇ 'ਚ ਠਹਿਰਾ ਬਹੁਤ ਹੈ ਜੀ। ਉਹ ਸੁਖਵਿੰਦਰ ਅੰਮ੍ਰਿਤ ਜੀ ਦੀ ਗੱਲ ਆ ਨਾ ਵੀ ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ, ਚੁੱਕੇ ਕਿਉਂ ਸਿਰ ਤੇਰਾ, ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ। ਸੋ ਮੈਂ ਜਦੋਂ ਵੀ ਜ਼ਿਆਦਾ ਅਪਸੈਟ ਹੁੰਦੀ ਹਾਂ, ਮੈਂ ਸੁਖਵਿੰਦਰ ਅੰਮ੍ਰਿਤ ਜੀ ਦੀ ਬਹੁਤ ਫੈਨ ਹਾਂ। ਮੈਂ ਉਹਨਾਂ ਦੀਆਂ ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਸਟਰੋਂਗ ਕਰਦੀਆਂ। ਬਾਬਾ ਨਜ਼ਮੀ ਨੂੰ ਮੈਂ ਬਹੁਤ ਪੜ੍ਹਦੀ ਹਾਂ। ਸੋ ਮੇਰੇ ਨਾਨਾ ਜੀ ਕਵੀਸ਼ਰ ਜੋਗਾ ਸਿੰਘ ਜੋਗੀ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਮੈਨੂੰ ਮੋਟੀਵੇਟ ਕਰਦੀਆਂ ਵੀ ਉਹਨਾਂ ਦਿਨਾਂ 'ਚ ਉਹਨਾਂ ਨਾਲ ਵੀ ਬਹੁਤ ਜਿਹੜੇ ਉਦੋਂ ਲੋਕੀ ਉਹਨਾਂ ਦੇ ਸਮਕਾਲੀ ਸੀ, ਬਹੁਤ ਕੁਛ ਕਰਾਉਂਦੇ ਸੀ। ਪਰ ਫਿਰ ਮੈਨੂੰ ਉਹ ਚੀਜ਼ਾਂ ਨਾ ਮੋਟੀਵੇਟ ਕਰਦੀਆਂ ਕਿ ਮਤਲਬ ਮੈਂ ਕਿਉਂ ਕਿਸੇ ਤੋਂ ਡਰਾਂ, ਵੀ ਇੱਕ ਨਾ ਇੱਕ ਦਿਨ ਮੈਂ ਸਟਰੋਂਗਲੀ ਖੜੇ ਰਹਿਣਾ, ਚਾਹੇ ਮੈਨੂੰ ਸੁੱਟਣ ਦੀਆਂ ਕਿੰਨੀਆਂ ਵੀ ਕੋਸ਼ਿਸ਼ਾਂ ਕਿਉਂ ਨਾ ਹੋਣ, ਪਰ ਮੈਂ ਨਹੀਂ, ਮਤਲਬ ਮੈਂ ਹਟਣਾ ਨਹੀਂ। ਮੈਂ ਜੋ ਚਾਹੁੰਦੀ ਹਾਂ ਮੈਂ ਕਰਕੇ ਰਹਿਣਾ ਆ, ਔਰ ਇੱਕ ਦਿਨ ਦੁਨੀਆ ਨੂੰ ਸੱਚ ਪਤਾ ਲੱਗੂਗਾ ਵੀ ਕੌਣ ਕਿੱਦਾਂ ਦਾ। ਇੱਥੇ ਰਿਐਲਿਟੀ ਸਭ ਦੀ ਸਾਹਮਣੇ ਆਊਗੀ ਇੱਕ ਨਾ ਇੱਕ ਦਿਨ। ਬਿਲਕੁਲ ਜ਼ਰੂਰ, ਵੀ ਰੱਬ ਇਨਸਾਫ ਕਰੂਗਾ। ਬਿਲਕੁਲ, ਜੇ ਤੁਸੀਂ ਸੱਚੀ ਨੀਅਤ ਨਾਲ ਚੱਲਦੇ ਆ ਤਾਂ ਉੱਪਰ ਵਾਲਾ ਹਮੇਸ਼ਾ ਤੁਹਾਡੀ ਨੀਅਤ। ਨੋ ਡਾਊਟ ਇੱਥੇ ਬਹੁਤ ਤਗੜੇ ਲੈਵਲ ਦਾ ਮਾਫੀਆ ਕੰਮ ਕਰਦਾ, ਬਹੁਤ ਮਨੋਪਲੀ ਹੁੰਦੀ ਕਈਆਂ ਲੋਕਾਂ ਦੀ, ਜੋ ਖੁਦ ਨੂੰ ਗੋਡ ਫਾਦਰ ਕਹਿੰਦੇ ਆ ਲੋਕੀ, ਹੈ ਨਾ, ਵੀ ਉਹ ਕਿਸੇ ਦਾ ਕਰੀਅਰ ਡਿਸਾਈਡ ਕਰਦੇ ਆ ਵੀ ਕਿਹਨੂੰ ਖਤਮ ਕਰਨਾ, ਕਿਹਨੂੰ ਬਣਾਉਣਾ। ਇੱਥੇ ਬਹੁਤ ਕੁਛ ਚੱਲਦਾ, ਔਰ ਫਿਰ ਇੱਕ ਬੰਦਾ ਕਹਿੰਦਾ ਆ, ਫਿਰ ਮਿਊਜ਼ਿਕ ਡਾਇਰੈਕਟਰਸ, ਲਿਰਿਸਿਸਟ, ਪ੍ਰੋਡਿਊਸਰ ਸਾਰੇ ਹੀ ਰਲ ਜਾਂਦੇ ਆ ਚੈਨਲਾਂ ਵਾਲੇ, ਉਸ ਇੱਕ ਬੰਦੇ ਦੀ ਗੱਲ ਸੁਣਦੇ ਆ। ਬਹੁਤ ਕਿਉਂਕਿ ਜਿਹੜਾ ਬੰਦਾ ਜ਼ਿਆਦਾ ਬਿਜ਼ਨਸ ਦਊਗਾ ਉਹਦੀ ਗੱਲ ਸੁਣੂਗੇ ਨਾ, ਇੱਕ ਆਰਟਿਸਟ ਨਾਲ ਕਿਉਂ ਕੋਈ ਖੜੂਗਾ। ਸੋ ਬਹੁਤ ਕੁਛ ਹੋਇਆ ਮੇਰੇ ਨਾਲ ਜੋ ਪਰਦੇ ਦੇ ਪਿੱਛੇ ਆ। ਲੇਕਿਨ ਚਲੋ ਮੈਂ ਕਹਿੰਦੀ ਵੀ ਜੇ ਦੁਨੀਆ 'ਤੇ ਜੇ ਇੰਡਸਟਰੀ 'ਚ ਮਾੜੇ ਲੋਕੀ ਤਾਂ ਚੰਗੇ ਵੀ ਬਹੁਤ ਹੈਗੇ ਨੇ। ਸਿੱਧੂ ਮੂਸੇਵਾਲੇ ਵਰਗੇ ਚੰਗੇ ਲੋਕੀ ਵੀ ਬਹੁਤ ਆ ਜਿਨ੍ਹਾਂ ਨੇ ਮਤਲਬ ਮੇਰਾ ਸਾਥ ਦਿੱਤਾ, ਔਰ ਮੇਰਾ ਹੀ ਨਹੀਂ, ਹੋਰ ਪਤਾ ਨਹੀਂ ਕਿੰਨੇ ਆਰਟਿਸਟਾਂ ਦਾ ਉਹਨਾਂ ਨੇ ਸਾਥ ਦਿੱਤਾ। ਬਿਲਕੁਲ ਜੀ, ਉਹਨਾਂ ਨੂੰ ਬਣਾਉਣ 'ਚ। ਜਦੋਂ ਬੰਟੀ ਬੈਂਸ ਉਹਨਾਂ ਨਾਲ ਵੱਖ ਹੁੰਦੇ ਹੋ, ਫਿਰ ਇਹੀ ਕਾਰਨ ਸੀਗਾ ਕਿ ਤੁਹਾਨੂੰ ਸਾਲ ਬਾਅਦ ਗਾਣਾ ਆਉਂਦਾ ਸੀ? ਬਿਲਕੁਲ, ਔਰ ਜਦੋਂ ਉਹ ਮਤਲਬ
ਮੈਨੂੰ ਪਤਾ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਤਕਲੀਫ ਦਿੰਦੀਆਂ ਵੀ ਇੱਕ ਪਾਸੇ ਮਤਲਬ ਮੇਰਾ ਉਹਨਾਂ ਨਾਲ ਰਿਸ਼ਤਾ ਬੜਾ ਵਧੀਆ ਵੀ ਰੱਖੜੀ ਬੰਨ੍ਹਦੀ ਹਾਂ, ਮੇਰਾ ਭਰਾ ਆ ਹੈ ਨਾ, ਵੀ ਇੱਦਾਂ ਦਾ ਬਹੁਤ ਸਾਰੇ ਕੀ ਕਾਰਨ ਹੋਊਗੇ, ਵੀ ਕੌਣ ਲੋਕ ਨੇ ਜੋ ਉਹਨਾਂ ਨੂੰ ਮਜਬੂਰ ਕਰਦੇ ਨੇ, ਜਾਂ ਕੀ ਐਵੇਂ ਦਾ ਰੀਜ਼ਨ ਆ ਕਿ ਮਤਲਬ ਮੈਨੂੰ ਛੱਡ ਕੇ ਤੇ ਤੁਸੀਂ ਹੋਰ ਵਿਰੋਧੀ ਆਰਟਿਸਟਾਂ ਨੂੰ ਉਹਨਾਂ ਟਾਈਮਾਂ ਜਦੋਂ ਮੈਂ ਸਾਈਨਡ ਆ, ਮੇਰੇ ਗਾਣੇ ਨਹੀਂ ਕਰਕੇ ਉਹਨਾਂ ਦੇ ਗਾਣੇ ਆਲਰੇਡੀ ਬਣਨੇ ਸ਼ੁਰੂ ਹੋ ਗਏ ਸੀਗੇ, ਉਹਨਾਂ ਕੁੜੀਆਂ ਦੇ, ਉਹਨਾਂ ਲੋਕਾਂ ਦੇ, ਫੀਮੇਲ ਵੋਕਲਿਸਟ ਦੇ, ਮੇਰੇ ਹੁੰਦਿਆਂ ਹੀ ਉਹ ਗਾਣੇ ਬਣਨੇ ਸ਼ੁਰੂ ਹੋ ਗਏ ਸੀ ਔਰ ਮੇਰੇ ਗਾਣੇ ਆ ਨਹੀਂ ਸੀ ਰਹੇ। ਤਾਂ ਉਹ ਚੀਜ਼ਾਂ ਇਸੇ ਕਰਕੇ ਅਸੀਂ ਫਿਰ ਵੱਖ ਹੋਏ ਆ ਉਹਨਾਂ ਚੀਜ਼ਾਂ ਤੋਂ, ਵੀ ਉਹ ਡਿਫਰੈਂਸਿਸ ਪੈਦਾ ਹੋ ਗਏ ਸੀ ਵੀ ਤੁਸੀਂ ਆਪਣੇ ਆਰਟਿਸਟ ਨੂੰ ਤੇ ਕਰ ਨਹੀਂ ਰਹੇ ਹੋ ਹਾਈਲਾਈਟ, ਤੇ ਤੁਸੀਂ ਕਿਉਂ ਇੱਦਾਂ ਕਰ ਰਹੇ ਹੋ ਵੀ ਦੂਸਰਿਆਂ ਨਾਲ ਪਾਰਟਨਰਸ਼ਿਪ ਕਰਕੇ ਮੈਨੂੰ ਕਿਉਂ ਸੁੱਟਣਾ ਚਾਹੁੰਦੇ ਹੋ। ਸੋ ਇਹ ਚੀਜ਼ਾਂ ਮੈਨੂੰ ਤਕਲੀਫ ਦਿੰਦੀਆਂ ਸੀ। ਤੁਸੀਂ 2 ਵਾਰੀ ਸ਼ਬਦ ਬੋਲਿਆ ਵਿਰੋਧੀ ਆਰਟਿਸਟ ਹੈ ਨਾ, ਸੋ ਮਤਲਬ ਜਦੋਂ ਉਹ ਤੁਹਾਡੇ ਨਾਲ ਜੋ ਤੁਹਾਡੇ ਗਾਣੇ ਬਰਾਬਰ 'ਚ ਉਹਨਾਂ ਦੇ ਆਏ ਤਾਂ ਕਿਉਂ ਤੁਹਾਡਾ ਵਿਰੋਧ ਹੁੰਦਾ ਸੀਗਾ? ਬੜੇ ਲੈਵਲ 'ਤੇ ਬੜਾ ਕੁਛ ਚੱਲਦਾ, ਜਦੋਂ ਮਤਲਬ ਮੈਂ ਜਨਰਲੀ ਮੈਂ ਕਿਸੇ ਨਾਲ ਵੀ ਕੰਪੀਟੀਸ਼ਨ ਨਹੀਂ ਰੱਖਦੀ, ਮੈਂ ਸਾਰਿਆਂ ਨਾਲ ਮਿਲਦੀ ਹਾਂ, ਸਭ ਨੂੰ ਮੇਰਾ ਪਿਆਰ ਆ, ਚਾਹੇ ਕੌਰਬੀ ਦੀਦੀ ਨਾਲ ਮੇਰਾ ਇੰਨਾ ਪਿਆਰ ਆ, ਰੁਪਿੰਦਰ ਹਾਂਡਾ ਦੀਦੀ ਨਾਲ ਅਸੀਂ ਕੱਲ੍ਹ ਵੀ ਕੈਂਡਲ ਮਾਰਚ 'ਤੇ ਵੀ ਇਕੱਠੇ ਸੀ ਹੈ ਨਾ, ਵੀ ਮੇਰਾ ਹੈਗਾ, ਮੈਂ ਕਿਸੇ ਨਾਲ ਮਤਲਬ ਕਿਸੇ ਨਾਲ ਵੀ ਮੈਨੂੰ ਖੁੰਦਕ ਨਹੀਂ। ਔਰ ਉਹ ਕਈ ਆਰਟਿਸਟ ਐਵੇਂ ਦੇ ਨੇ ਜਿਨ੍ਹਾਂ ਦਾ ਮੈਂ ਆਪਣੇ ਲਾਈਫ ਟਾਈਮ 'ਚ ਬੜੀ ਵਧੀਆ ਫਰੈਂਡਸ਼ਿਪ ਸਾਡੀ ਰਹੀ ਹੈ, ਮੈਂ ਬਹੁਤ ਸਪੋਰਟ ਕੀਤਾ ਉਹਨਾਂ ਨੂੰ, ਪੜ੍ਹਾਈ 'ਚ ਵੀ ਬਹੁਤ ਸਪੋਰਟ ਕੀਤਾ। ਸੋ ਮੈਂ ਕਿਸੇ ਲਈ ਕੰਪੀਟੀਸ਼ਨ ਨਹੀਂ ਦਿਲ ਤੋਂ ਰੱਖਿਆ, ਵੀ ਮੈਂ ਕਿਸੇ ਨਾਲ ਈਰਖਾ ਨਹੀਂ ਰੱਖੀ, ਪਰ ਮੇਰੇ ਨਾਲ ਕਿਉਂ ਕੀਤਾ ਗਿਆ, ਇਹ ਚੀਜ਼ਾਂ ਮੈਨੂੰ ਤਕਲੀਫ ਦਿੰਦੀਆਂ ਸੀ। ਬਿਲਕੁਲ, ਵੀ ਜਦੋਂ ਤੁਸੀਂ ਸਭ ਦੀ ਹੈਲਪ ਕਰਦੇ ਹੋ, ਤੁਹਾਡੇ ਨਾਲ ਮਾੜਾ ਕੋਈ ਕਿਉਂ ਕਰੇ। ਪੜ੍ਹਾਈ ਦੀ ਗੱਲ ਤੁਸੀਂ ਕੀਤੀ ਹੈ ਤਾਂ ਤੁਹਾਡੇ ਨਾਲ ਨਿਮਰਤ ਖਹਿਰਾ ਹੋਣੀ ਪੜ੍ਹਦੇ ਰਹੇ ਨੇ ਹੈ ਨਾ, ਤੁਸੀਂ ਬਹੁਤ ਅੱਛੇ ਫਰੈਂਡ ਸੀਗੇ। ਤੁਹਾਡੇ ਮੰਮਾ ਵੀ ਦੱਸ ਰਹੇ ਸੀ, ਕਹਿੰਦੇ ਕਿ ਤੁਸੀਂ ਤਾਂ ਰਾਤ ਉਹਨਾਂ ਲਈ ਬੈਠ ਕੇ ਇੱਕ ਦਿਨ ਰਜਿਸਟਰ ਵੀ ਨੋਟਸ ਵੀ ਤਿਆਰ ਕੀਤੇ ਸੀਗੇ। ਐਕਚੁਅਲੀ ਜਿੱਦਾਂ ਸਾਡਾ ਮਿਊਜ਼ਿਕ ਵੋਕਲ ਮੈਂ ਸਬਜੈਕਟ ਰੱਖਿਆ ਸੀ, ਉਹ ਪੰਜਾਬੀ ਅਤੇ ਹਿੰਦੀ ਮੀਡੀਅਮ 'ਚ ਹੀ ਸੀਗਾ, ਸਿਰਫ ਮੇਰਾ ਔਰ ਨਿਮਰਤ ਦਾ ਜਿਹੜਾ ਉਹ ਇੰਗਲਿਸ਼ ਮੀਡੀਅਮ ਸੀਗਾ। ਅਤੇ ਮੈਂ ਕੀ ਕਰਦੀ ਸੀ, ਨੋਟਸ ਸਾਰੇ ਬਣਾਉਂਦੀ ਸੀ, ਟਰਾਂਸਲੇਟ ਕਰਦੀ ਸੀ ਉਹਨਾਂ ਨੂੰ ਇੰਗਲਿਸ਼ ਵਿੱਚ, ਅਤੇ ਫਿਰ ਮੈਂ ਉਹਨੂੰ ਵੀ ਸਾਰੇ ਦਿੰਦੀ ਸੀ ਨੋਟਸ ਹੈ ਨਾ, ਜਿੱਦਾਂ ਵੀ ਮਤਲਬ ਸਾਡੀ ਇੱਕ ਲੈਵਲ 'ਤੇ ਇੰਨੀ ਵਧੀਆ ਬੌਂਡਿੰਗ ਸੀ, ਇੰਨਾ ਅੱਛਾ ਸਾਡਾ ਪਿਆਰ ਸੀ। ਪ੍ਰੈਕਟੀਕਲ 'ਚ ਵੀ ਅਸੀਂ ਮਤਲਬ ਮੈਂ ਇੱਦਾਂ ਕਦੀ ਨਹੀਂ ਕੀਤਾ ਵੀ ਮਤਲਬ ਕੋਈ ਹੋਰ ਕੋਈ ਬੱਚਾ ਹੈ ਉਹਦੇ ਨੰਬਰ ਜ਼ਿਆਦਾ ਲੱਗ ਜਾਣਗੇ, ਨਹੀਂ, ਮੈਂ ਹਮੇਸ਼ਾ ਸਪੋਰਟ ਕੀਤਾ ਉਸ ਚੀਜ਼ ਨੂੰ। ਅਤੇ ਚਲੋ ਮੈਂ ਉਹੀ ਕਹਿੰਦੀ ਕਿ ਮੈਂ ਦਿਲੋਂ ਮੈਂ ਹਰ ਕਿਸੇ ਦਾ ਚੰਗਾ ਸੋਚਦੀ ਹਾਂ, ਚੰਗਾ ਕਰਦੀ ਹਾਂ, ਪਰ ਚਲੋ ਜੇ ਕੋਈ ਕੰਪੀਟੀਟਿਵ ਫੀਲਿੰਗ ਰੱਖਦਾ ਤਾਂ ਇਟਸ ਓਕੇ। ਹਾਂਜੀ, ਜਦੋਂ ਮੈਂ ਉਹ ਜ਼ਰੂਰ ਜਾਣਨਾ ਚਾਹਾਂਗੀ ਕਿ ਇੱਕ ਵਾਰੀ ਉਹ ਜਿਹੜੇ ਨੋਟ ਸੀ ਉਹ ਗੁੰਮ ਹੋ ਗਏ ਸੀ ਹੈ ਨਾ, ਤਾਂ ਤੁਸੀਂ ਨਿਮਰਤ ਖਹਿਰਾ ਉਹਨਾਂ ਦੇ ਲਈ ਉਹ ਰਾਤ ਪੂਰੀ ਜਾ ਕੇ ਸਵੇਰੇ 5 ਵਜੇ ਤੱਕ ਰਜਿਸਟਰ ਤਿਆਰ ਕੀਤਾ ਸੀ। ਔਰ ਫਿਰ ਮੈਂ ਤੇ ਮੰਮਾ ਮੇਰੇ ਉਹਨਾਂ ਨੂੰ ਦੇਣ ਗਏ ਸੀ ਨੋਟਸ, ਪੜ੍ਹਾਉਣ ਗਏ ਸੀ, ਕਿਉਂਕਿ ਉਹ ਉਹਨਾਂ ਦਿਨਾਂ 'ਚ ਮਤਲਬ ਮੈਂ ਫਿਰ B.Ed ਕਾਲਜ ਜੁਆਇਨ ਕਰ ਲਿਆ ਸੀ, ਅਤੇ ਉਹਨੂੰ ਫਿਰ ਨੋਟਸ ਮੰਮਾ ਦੇਣ ਗਏ ਸੀ। ਸੋ ਉਹ ਮੈਂ ਮਤਲਬ ਸਾਡਾ ਇੰਨਾ ਪਿਆਰ ਸੀਗਾ ਆਪਸ ਵਿੱਚ ਕਿ ਮਤਲਬ ਮੈਂ ਉਹਦੇ ਲਈ ਸਪੈਸ਼ਲੀ ਜਾ ਕੇ ਨੋਟਸ ਰੈਡੀ ਕੀਤੇ ਦੁਬਾਰਾ। ਅਤੇ ਉਹ ਵੀ ਘਰ ਆਉਂਦੇ ਹੁੰਦੇ ਸੀਗੇ? ਘਰ ਤਾਂ ਨਹੀਂ ਇੱਥੇ, ਪਰ ਉੱਦਾਂ ਸਾਡਾ ਕਾਲਜ ਅਸੀਂ ਬਹੁਤ ਇਕੱਠੇ ਰਹੇ ਹਾਂ, ਬਹੁਤ ਇਕੱਠੇ ਪ੍ਰੈਕਟਿਸਿਸ ਕਰਨੀਆਂ, ਬਹੁਤ ਵਧੀਆ ਸੀਗਾ ਟਾਈਮ। ਉਦੋਂ ਤੁਹਾਨੂੰ ਦੋਨਾਂ ਨੇ ਸ਼ੌਂਕ ਜ਼ਰੂਰ ਸੀਗਾ ਕਿ ਹਾਂ ਗਾਣਾ ਤੇ ਸਟੇਜਾਂ 'ਤੇ? ਉਹਨਾਂ ਨੂੰ ਫਿਲਮ ਇੰਡਸਟਰੀ 'ਚ ਜਾਣ ਦਾ ਜ਼ਿਆਦਾ ਸੀਗਾ, ਵੀ ਉਹ ਹਮੇਸ਼ਾ ਕਹਿੰਦੀ ਸੀ ਵੀ ਮੈਂ ਜਿੱਦਾਂ ਜਪਜੀ ਖਹਿਰਾ ਹੋਣੀ ਉਦੋਂ ਐਕਟਰੈਸ ਆਉਂਦੇ ਸੀ, ਅਤੇ ਵੀ ਮਤਲਬ ਮੈਂ ਵੀ ਐਕਟਰੈਸ ਬਣਨਾ ਆ, ਇੱਕ ਦਿਨ ਵੇਖਿਓ ਮੈਂ ਵੀ ਇੱਦਾਂ ਹੈ ਨਾ, ਹੈ ਸੀ ਉਹਨੂੰ ਫਿਲਮਾਂ ਵਿੱਚ ਜਾਣ ਦਾ ਜ਼ਿਆਦਾ ਸ਼ੌਕ ਸੀਗਾ। ਪਰ ਪਰਮਾਤਮਾ ਨੇ ਵਧੀਆ ਉਹ ਫਿਰ ਦੋਨੋਂ ਸੁਪਨੇ ਪੂਰੇ ਕੀਤੇ, ਉਹਦੇ ਸਿੰਗਰ ਵੀ ਬਣੀ, ਫਿਲਮ ਵੀ ਕੀਤੀਆਂ ਉਹਨੇ। ਅਤੇ ਫਿਰ ਦੋਸਤੀ ਜਿਹੜੀ ਹੈ ਇਹ ਅੱਗੇ ਤੱਕ ਕਿਉਂ ਨਹੀਂ ਵਧੀ? ਨਹੀਂ, ਮੇਰੇ ਵੱਲੋਂ ਤਾਂ ਕਦੀ ਵੀ ਇੱਦਾਂ ਨਹੀਂ ਆ ਕਿ ਮਤਲਬ ਮੇਰੇ ਦਿਲ 'ਚ ਤਾਂ ਪਿਆਰ ਹੈਗਾ ਹੀ ਆ ਨਾ, ਮੈਂ ਜਿਹਦੇ ਨਾਲ ਵੀ ਜੁੜਦੀ ਹਾਂ ਦਿਲੋਂ ਜੁੜਦੀ ਹਾਂ, ਲੇਕਿਨ ਹੁਣ ਥੋੜ੍ਹਾ ਸ਼ਾਇਦ ਉਹ ਆਪਣੇ ਉਹਨਾਂ ਦੇ ਰੁਝੇਵੇਂ ਆ ਜਾਂ ਕਿੱਦਾਂ, ਮਤਲਬ ਸਾਡੀ ਗੱਲ ਘੱਟ ਹੁੰਦੀ ਆ। ਫਿਰ ਜਦੋਂ ਤੁਹਾਡਾ ਪਹਿਲਾ ਗਾਣਾ ਆਇਆ ਸੀ ਉਦੋਂ ਨਿਮਰਤ ਨੇ ਕਾਲ ਕੀਤਾ, ਉਦੋਂ ਗੱਲ ਹੋਈ? ਹਾਂਜੀ, ਉਦੋਂ ਐਪਰੀਸ਼ੀਏਟ ਕੀਤਾ ਸੀ ਉਹਨੇ, ਉਹਦਾ ਮੈਸੇਜ ਆਇਆ ਸੀਗਾ ਮੈਨੂੰ। ਮਤਲਬ ਹੁਣ ਜਿੱਦਾਂ ਬਾਅਦ ਜਦੋਂ ਆਪਾਂ ਉਹਨਾਂ ਦੇ ਵੀ ਗਾਣੇ ਆਉਣੇ ਸ਼ੁਰੂ ਹੋ ਗਏ, ਮੇਰੇ ਵੀ, ਉਦੋਂ ਫਿਰ ਗੱਲਬਾਤ ਹੋਣੀ ਬੰਦ ਹੋ ਗਈ, ਜ਼ਿਆਦਾ ਗੱਲ ਨਹੀਂ ਸੀ। ਮੇ ਵੀ ਇੱਦਾਂ ਹੁੰਦਾ ਨਾ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ, ਆਪਾਂ ਆਪਣੇ ਪ੍ਰੋਡਿਊਸਰ ਨਾਲ, ਮੈਂ ਵੀ ਸਾਈਨਡ ਸੀ, ਸਾਨੂੰ ਵੀ ਸੁਣਨੀ ਪੈਂਦੀ ਆਪਣੇ ਪ੍ਰੋਡਿਊਸਰ ਦੀ, ਉਹ ਵੀ ਸਾਈਨਡ, ਸੋ ਹੁੰਦੀਆਂ ਇੱਦਾਂ ਦੀਆਂ ਬਹੁਤ ਸਾਰੀਆਂ, ਅਤੇ ਨਹੀਂ ਕਈ ਵਾਰੀ ਕੰਟੈਕਟ ਰੱਖਿਆ ਜਾਂਦਾ ਕਾਇਮ। ਬਿਲਕੁਲ ਬਿਲਕੁਲ, ਇਹ ਤੁਹਾਡੇ ਗੱਲਾਂ ਤੋਂ ਬਹੁਤ ਕੁਛ ਆਪਣੇ ਆਪ ਹੀ ਝਲਕਦਾ ਪਿਆ ਹੈ ਨਾ। ਖੈਰ, ਅਸੀਂ ਨਿਮਰਤ ਜੀ ਨੂੰ ਕਹਾਂਗੇ ਕਿ ਤੁਹਾਡੇ ਬੈਸਟ ਫਰੈਂਡ ਨੇ ਸਕੂਲ ਟਾਈਮ ਦੇ, ਤੁਸੀਂ ਜ਼ਰੂਰ ਆ ਕੇ ਇੱਕ ਵਾਰ ਮਿਲੋ ਉਹਨਾਂ ਨੂੰ ਨਾ। ਅਤੇ ਦੂਸਰੀ ਵਾਰੀ ਇੱਕ ਜਦੋਂ ਸਿੱਧੂ ਮੂਸੇਵਾਲਾ ਦਾ ਗਾਣਾ ਤੁਹਾਡਾ ਅਥਰਾ ਸਟਾਈਲ ਆਇਆ, ਪਹਿਲਾ ਗਾਣਾ ਹੈ ਨਾ, ਸੋ ਉਹਨਾਂ ਨੇ ਆਪ ਕਿਹਾ ਸੀ ਕਿ ਹਾਂਜੀ ਆਪਾਂ ਗਾਣਾ ਕਰਾਂਗੇ, ਜਾਂ ਤੁਹਾਡੀ ਇੱਕ ਵਾਰੀ ਪਹੁੰਚ ਹੋਈ ਉਹਨਾਂ ਤਾਈਂ? ਐਕਚੁਅਲੀ ਮੈਨੂੰ ਜਦੋਂ ਮੇਰੇ ਨਾਲ ਬਹੁਤ ਕੁਛ ਚੱਲ ਰਿਹਾ ਸੀ ਨਾ ਇੰਡਸਟਰੀ 'ਚ, ਤਾਂ ਸਾਨੂੰ ਮੰਮਾ ਨੂੰ ਕਿਤੋਂ ਜਾਣਨ ਨੂੰ ਮਿਲਿਆ ਵੀ ਇਹ ਬਹੁਤ ਅੱਛਾ ਇਨਸਾਨ ਆ ਜੋ ਲੋਕਾਂ ਦੀ, ਬੜੇ ਆਰਟਿਸਟਾਂ ਦੀ ਹੈਲਪ ਕਰਦਾ ਹੈ ਨਾ, ਵੀ ਉਸ ਵੇਲੇ ਬਹੁਤ ਐਕਸਟਰੀਮ ਹਾਈਪ ਸੀਗੀ ਸਿੱਧੂ ਮੂਸੇਵਾਲਾ ਦੀ, ਅਤੇ ਅਸੀਂ ਮਤਲਬ ਮੰਮਾ ਨੇ ਕਿਤੋਂ ਉਹਨਾਂ ਦੇ ਪਾਪਾ ਦਾ ਨੰਬਰ ਅਰੇਂਜ ਕਰਾ ਕੇ ਗੱਲ ਕੀਤੀ ਸਿੱਧੂ ਨਾਲ, ਅਤੇ ਬੜੇ ਚੰਗੇ ਤਰੀਕੇ ਨਾਲ ਉਹਨੇ ਗੱਲ ਕੀਤੀ। ਮੈਨੂੰ ਯਾਦ ਆ ਹਜੇ ਵੀ 2020 ਦੀ ਗੱਲ ਆ,
ਤੇ ਮੰਮਾ ਨੇ ਫੋਨ ਕੀਤਾ, ਕਹਿੰਦਾ ਮਾਂ ਡਨ ਹੋ ਗਿਆ ਵੀ ਜੇ ਮੈਂ ਕਮਿਟਮੈਂਟ ਦੇਤੀ ਨਾ ਤੇ ਮੈਂ ਕੰਮ ਕਰੂੰਗਾ। ਅੱਛਾ। ਹਾਂਜੀ। ਮੈਂ ਕਿਹਾ ਵੀ ਸਾਰੇ ਇੰਡਸਟਰੀ 'ਚ ਨਾ ਇਦਾਂ ਹੀ ਕਹਿੰਦੇ ਆ, ਲਾਰੇ ਲਾਉਂਦੇ। ਮੈਨੂੰ ਕਿ ਮੈਂ ਪਰਸਨਲੀ ਨਹੀਂ ਸੀ ਜਾਣਦੀ, ਸੌਰੀ, ਮਤਲਬ ਮੇਰੀ ਬਹੁਤ ਵੱਡੀ ਉਹ ਭੁੱਲ ਸੀ ਉਹਨਾਂ ਨੂੰ ਸਮਝਣ 'ਚ। ਪਰ ਉਹਨਾਂ ਨੇ ਥੋੜ੍ਹੇ ਦਿਨਾਂ ਬਾਅਦ ਹੀ ਮਤਲਬ ਮੈਨੂੰ ਨਾਲ ਹੀ ਸਨੈਪਚੈਟ 'ਤੇ ਐਡ ਕੀਤਾ, ਉਹ ਗੱਲ ਹੋਈ ਸਾਡੀ ਉਸ ਬਾਰੇ ਕਿ ਮੈਂ ਮਤਲਬ ਇੱਕ ਪ੍ਰੋਜੈਕਟ ਕਰ ਰਿਹਾ ਆ, ਉਹਦੇ ਵਿੱਚ ਮੈਂ ਤੁਹਾਡੇ ਕੋਲੋਂ ਗਵਾਉਣਾ ਚਾਹੁੰਦਾ। ਉਹ ਅਥਰਾ ਸਟਾਈਲ ਤੋਂ ਪਹਿਲਾਂ ਦੀ ਗੱਲ ਆ, ਫੋਰਚੂਨਰ ਗਾਣਾ ਜਿਹੜਾ ਹੁਣ ਸਾਰੇ ਲੋਕਾਂ ਦੀ ਡਿਮਾਂਡ ਆ ਕਿ ਉਹ ਗਾਣਾ ਕਿਉਂ ਨਹੀਂ ਆਇਆ। ਸੋ ਇਲੈਕਸ਼ਨਸ ਤੋਂ ਪਹਿਲਾਂ ਦਾ ਉਹ ਗਾਣਾ ਡੰਮੀ ਤਿਆਰ ਹੋਈ ਸੀ, ਲੇਕਿਨ ਉਹ ਇੱਦਾਂ ਸੀਗਾ ਕਿ ਉਹਨਾਂ ਨੂੰ ਸ਼ਾਇਦ ਮਿਊਜ਼ਿਕ ਦੀ ਨਾ ਫੀਲ ਨਹੀਂ ਪਸੰਦ ਆ ਰਹੀ ਸੀ, ਅਤੇ ਉਹ ਗਾਣਾ ਫਿਰ ਸਨੈਪੀ ਬਾਈ ਕੋ ਵੀ ਗਿਆ ਬਣਨ ਨੂੰ। ਬਾਅਦ 'ਚ ਅਸੀਂ ਐਂਡ ਵਾਲੇ ਦਿਨਾਂ 'ਚ ਜਦੋਂ ਲਾਸਟ ਵਾਰੀ ਮੈਂ ਉਹਨਾਂ ਨੂੰ ਮਿਲੀ ਹਾਂ, ਉਦੋਂ ਫਿਰ ਮਰਸੀ 'ਤੇ ਅਸੀਂ ਉਹ ਰਿਕਾਰਡ ਕਰ ਰਹੇ ਸੀਗੇ, ਮਰਸੀ ਹੋਣਾ ਕੋਲੋਂ। ਸੋ ਉਦੋਂ ਦੀਆਂ ਗੱਲਾਂ ਵੀ ਉਹਨਾਂ ਨੇ ਜੋ ਜ਼ੁਬਾਨ ਦਿੱਤੀ ਮੈਨੂੰ ਵੀ ਉਹ ਕਰੂਗਾ ਕੰਮ ਮੇਰੇ ਲਈ, ਤਾਂ ਉਹਨੇ ਵਾਕਈ ਮੈਨੂੰ ਚਾਂਸ ਦਿੱਤਾ। ਅਥਰਾ ਸਟਾਈਲ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਨਾਮੀ ਕਲਾਕਾਰ, ਜਿਨ੍ਹਾਂ ਦੇ ਅਸੀਂ ਨਾਮ ਵੀ ਲੈ ਚੁੱਕੇ ਹਾਂ ਪਹਿਲਾਂ, ਬਹੁਤ ਸਾਰੇ ਨਾਮੀ ਕਲਾਕਾਰਾਂ ਨੇ ਵੀ ਡੱਬ ਕੀਤਾ ਸੀ ਉਹ ਗਾਣਾ, ਹੋਰ ਕੁੜੀਆਂ ਨੇ। ਅਤੇ ਲੇਕਿਨ ਉਹਨਾਂ ਨੂੰ ਕੁਆਲਿਟੀ ਜੋ ਉਹਨਾਂ ਨੂੰ ਚਾਹੀਦਾ ਸੀ ਉਸ ਗਾਣੇ ਦਾ ਫੀਲਿੰਗ, ਉਹ ਨਹੀਂ ਆ ਰਿਹਾ ਸੀ। ਸੋ ਉਹਨੇ ਆ ਨਹੀਂ ਵੇਖਿਆ ਵੀ ਕਿਹਦੇ ਫੋਲੋਅਰਸ ਜ਼ਿਆਦਾ ਆ ਪੇਜ 'ਤੇ, ਮੈਂ ਉਹ ਤੋਂ ਗਵਾਵਾਂ। ਉਹਨੂੰ ਕੁਆਲਿਟੀ ਨਾਲ ਮਤਲਬ ਸੀ ਵੀ ਕਿਹਦਾ ਵਧੀਆ ਲੱਗ ਰਿਹਾ। ਔਰ ਉਹਨਾਂ ਨੇ, ਮੈਂ ਖੁਸ਼ਕਿਸਮਤ ਹਾਂ ਕਿ ਉਹ ਗਾਣਾ ਮਤਲਬ ਅਥਰਾ ਸਟਾਈਲ ਮੇਰੇ ਤੋਂ ਗਵਾਇਆ, ਅਤੇ ਉਹ ਗਾਣਾ ਇੰਨਾ ਮਕਬੂਲ ਹੋਇਆ। ਸੋ ਉਹਦੀ ਉਹ ਖਾਸੀਅਤ ਸੀ ਸਿੱਧੂ ਦੀ ਕਿ ਮਤਲਬ ਉਹ ਜੇ ਕਿਸੇ ਨੂੰ ਜ਼ੁਬਾਨ ਦਿੰਦਾ ਸੀ ਨਾ, ਤੇ ਉਹ ਸੱਚੀ ਪੂਰੀ ਕਰਦਾ ਸੀ। ਲੋਹੇ ਵਰਗੀ ਜ਼ੁਬਾਨ ਸੀ ਉਹਦੀ। ਜਦੋਂ ਪਹਿਲੀ ਵਾਰ ਤੁਸੀਂ ਮਿਲੇ ਸੀ ਉਹਨਾਂ ਨੂੰ, ਪਹਿਲੀ ਵਾਰ ਸੈੱਟ 'ਤੇ ਜਾਂ ਤੁਸੀਂ ਜਿੱਥੇ ਗਾਉਣਾ ਸੀਗਾ, ਡੱਬ ਕਰਨਾ ਸੀਗਾ ਗਾਣਾ, ਹੈ ਨਾ, ਉੱਥੇ ਜਦੋਂ ਪਹਿਲੀ ਵਾਰ ਮਿਲੇ ਤਾਂ ਜਾਂਦਿਆਂ ਕੀ ਸੀ ਮਨ ਦੇ ਵਿੱਚ ਸੀਗਾ ਕਿ ਹਾਂ ਕਿ ਇੱਕ ਉਹ ਆ ਵੀ ਮੈਂ ਤੇ ਜੋ ਮੇਰੇ ਮਾਈਂਡ 'ਚ ਸੀ ਨਾ ਵੀ ਪਤਾ ਨਹੀਂ ਇੰਨਾ ਸੁਪਰਸਟਾਰ ਆ, ਤੇ ਪਤਾ ਨਹੀਂ ਕਿੰਨਾ ਐਟੀਟਿਊਡ ਹੋਊਗਾ। ਮੈਂ ਆਈ ਵਾਜ਼ ਕੰਪਲੀਟਲੀ ਸ਼ੌਕਡ ਵੀ ਇੰਨਾ ਡਾਊਨ ਟੂ ਅਰਥ ਕੋਈ ਵੀ ਮਤਲਬ ਇਸ ਇੰਡਸਟਰੀ 'ਚ ਤਾਂ ਮੈਂ ਲੋਕਾਂ ਦੇ ਉਹ ਚਿਹਰੇ ਵੇਖੇ ਆ ਵੀ ਤੁਹਾਡੇ ਤੋਂ ਬਾਅਦ 'ਚ ਲੋਕੀ ਕਈ ਆਉਂਦੇ ਆ, ਇੱਕ ਗਾਣਾ ਹਿੱਟ ਹੋ ਜਾਂਦਾ, ਐਡੀ ਹਵਾ ਹੋ ਜਾਂਦੀ ਵੀ ਖੁਦ ਨੂੰ ਰੱਬ ਸਮਝਣ ਲੱਗ ਜਾਂਦੇ। ਅਤੇ ਉਹ ਬੰਦਾ ਐਡੇ ਲੈਵਲ 'ਤੇ ਸੀ, ਔਰ ਇੰਨੀ ਹਲੀਮੀ ਉਹਦੇ 'ਚ ਵੀ ਮੈਮ ਹਾਂਜੀ ਤੁਸੀਂ ਆਓ, ਮੈਮ ਤੁਸੀਂ ਬੈਠੋ। ਮਤਲਬ ਮੈਨੂੰ ਹਮੇਸ਼ਾ ਸੀਨੀਅਰ ਆਰਟਿਸਟ ਕਹਿ ਕੇ ਰਿਸਪੈਕਟ ਕਰਦਾ ਸੀ ਉਹ। ਮਤਲਬ ਉਹ ਬਹੁਤ ਵੱਡੀ ਗੱਲ ਸੀ ਵੀ ਸੁਪਰਸਟਾਰ ਸਿੱਧੂ ਮੂਸੇਵਾਲਾ ਵੀ ਉਹ ਸਾਨੂੰ ਸੀਨੀਅਰ ਆਰਟਿਸਟ ਕਹਿ ਕੇ ਰਿਸਪੈਕਟ, ਮੈਮ ਕਹਿ ਕੇ ਗੱਲ ਕਰਦਾ ਸੀ। ਸੋ ਉਹ ਚੀਜ਼ ਬੜੀ ਵਧੀਆ ਵੀ ਲੱਗੀ ਮੈਨੂੰ, ਬੜੀ ਵਧੀਆ। ਅਤੇ ਮੈਂ ਉਹ ਚੀਜ਼ ਆ ਕੇ ਉਹਨੂੰ ਅਪਰੀਸ਼ੀਏਟ ਵੀ ਕੀਤਾ ਵੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਇੱਦਾਂ ਮਿਲ ਕੇ। ਔਰ ਇੱਕ ਜਿੱਦਾਂ ਕੁੜੀਆਂ ਦੀ ਰਿਸਪੈਕਟ ਨਾ ਇੰਨੀ ਕਿ ਮਤਲਬ ਸਾਹਮਣੇ ਕੋਈ ਕੁੜੀ ਹੈ ਅਤੇ ਅੱਖ ਝੁਕਾ ਕੇ ਗੱਲ ਕਰਨੀ, ਉਹ ਚੀਜ਼ ਬਹੁਤ ਚੰਗੀ ਲੱਗੀ ਮੈਨੂੰ, ਜਿਹੜੀ ਮੈਂ ਰੇਅਰ ਇੱਥੇ ਇੰਡਸਟਰੀ 'ਚ ਬਹੁਤ ਰੇਅਰ ਆ। ਜਦੋਂ ਫਿਰ ਗਾਣਾ ਹੋ ਗਿਆ, ਫਿਰ ਜਦੋਂ ਆਉਣਾ ਸੀ, ਫਿਰ ਤਾਂ ਵਧੀਆ ਗੱਲਾਂ ਹੋਣ ਤਾਂ ਹੋਣ ਲੱਗ ਹਾਂਜੀ ਜਾਂਦੀਆਂ। ਬਹੁਤ ਵਧੀਆ। ਵੀਰੇ ਨਾਲ ਵੀ ਵਧੀਆ, ਸਾਡਾ ਬਹੁਤ ਵਧੀਆ ਬੌਂਡ ਬਣ ਗਿਆ ਸੀ ਉਹਨਾਂ ਨਾਲ। ਹੁਣ ਤਾਂ ਮਤਲਬ ਪਹਿਲਾਂ ਉਹ ਇਲੈਕਸ਼ਨਸ ਵਿੱਚ ਬਿਜ਼ੀ ਹੋਣ ਕਰਕੇ ਫੋਰਚੂਨਰ ਗਾਣਾ ਨਹੀਂ ਆ ਪਾਇਆ ਨਾ, ਪਤਾ ਨਹੀਂ ਕੀ ਬਹਾਨੇ ਬਣੇ ਗਏ ਕਿ ਉਹ ਡਿਲੇ ਹੋਈ ਗਿਆ ਗਾਣਾ। ਅਤੇ ਹੁਣ ਜਿੱਦਾਂ ਕਹਿੰਦਾ ਸੀ ਕਿ ਮੈਂ ਫਰੀ ਹੋ ਗਿਆ, ਹੁਣ ਗਾਣੇ ਬੈਕ ਟੂ ਬੈਕ ਆਉਣੇ ਸੀ। ਜਿਵੇਂ ਉਹਨਾਂ ਨੇ ਕਿਹਾ ਸੀ ਵੀਰੇ ਨੂੰ ਵੀ ਕਿ ਫਿਕਰ ਨਾ ਕਰਿਓ ਵੀ ਹੁਣ ਤਾਂ ਮਤਲਬ ਬੈਕ ਟੂ ਬੈਕ ਆਊਗੇ ਕੰਮ। ਮਤਲਬ ਇੱਕ ਵਾਰੀ ਜਿਹੜੀ ਮਤਲਬ ਸਾਰੀ ਤੁਸੀਂ ਕਹਿੰਦੇ ਨਾ ਇੰਡਸਟਰੀ, ਤੁਸੀਂ ਇੰਡਸਟਰੀ ਤੋਂ ਕਰਾਉਣਾ ਕੀ ਆ, ਜਦੋਂ ਮੈਂ ਤੁਹਾਡੇ ਨਾਲ ਖੜ ਗਿਆ ਤਾਂ ਮਤਲਬ ਸਾਰੀ ਇੰਡਸਟਰੀ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ। ਇਹ ਉਹ ਬੰਦੇ ਨੂੰ ਹੌਸਲਾ ਨਾ, ਉਹ ਹੌਸਲਾ ਹੀ ਬਹੁਤ ਵੱਡੀ ਚੀਜ਼ ਸੀ ਜਿਹੜਾ ਉਹ ਹੌਸਲਾ ਦੇ ਦਿੰਦਾ ਸੀ। ਉਹੀ ਹੈ ਨਾ ਕਿ ਜਦੋਂ ਸਮਾਂ ਆਇਆ, ਪਹਿਲਾਂ ਸ਼ਿਕਵਾ ਰਿਹਾ ਕਿਸਮਤ ਨਾਲ, ਪਹਿਲਾਂ ਕੀ ਕੁਛ ਹੁੰਦਾ ਰਿਹਾ ਤੁਹਾਡੇ ਨਾਲ, ਹੈ ਨਾ, ਕਿੰਨਾ ਔਖਾ ਸਮਾਂ ਗੁਜ਼ਾਰਿਆ ਤੁਸੀਂ। ਫਿਰ ਜਦੋਂ ਇੱਕ ਐਸਾ ਇਨਸਾਨ ਜ਼ਿੰਦਗੀ 'ਚ ਆ ਹੀ ਗਿਆ ਤੁਹਾਡੀ ਜ਼ਿੰਦਗੀ 'ਚ, ਹੈ ਨਾ, ਫਿਰ ਇੱਕਦਮ ਕਿਸਮਤ ਬਦਲਣ ਦੀ ਬਦਲਦੀ ਉਹ ਫਿਰ ਇੱਕ ਡੱਬੇ ਜਿਹੇ 'ਚ ਬੰਦ ਹੋ ਗਈ। ਲੱਗਦਾ ਉਦੋਂ ਕਿੰਨਾ ਕੁ ਸ਼ਿਕਵਾ ਕਿੱਥੇ ਨੂੰ ਹੋਇਆ? ਮੈਨੂੰ ਆਪਣਾ ਉਸ ਚੀਜ਼ ਦਾ ਤਕਲੀਫ ਨਹੀਂ ਆ ਵੀ ਗਾਣੇ ਨਹੀਂ ਆਊਗੇ, ਜਾਂ ਮੈਨੂੰ ਇਸ ਚੀਜ਼ ਦੀ ਤਕਲੀਫ ਆ ਕਿ ਉਹ ਇੰਨਾ ਵਧੀਆ, ਇੰਨਾ ਚੰਗਾ ਇਨਸਾਨ ਵੀ ਮੈਂ ਨਹੀਂ ਇਕੱਲਾ, ਪਤਾ ਨਹੀਂ ਕਿੰਨੇ ਆਰਟਿਸਟਾਂ ਨੂੰ ਬਣਾਇਆ ਹੋਊਗਾ ਉਹਨੇ, ਕਿੰਨੇ ਆਰਟਿਸਟਾਂ ਨਾਲ ਖੜਾ, ਵੀ ਕਿਉਂ ਹੋ ਗਿਆ ਇੱਦਾਂ। ਪਰਸਨਲ ਲੋਸ ਫੀਲ ਹੁੰਦਾ, ਜਿੱਦਾਂ ਇੱਕ ਘਰ ਦਾ ਜੀਅ ਨਹੀਂ ਚੱਲ ਜਾਂਦਾ, ਇੱਦਾਂ ਫੀਲ ਹੁੰਦਾ। ਤੁਸੀਂ ਆਪਣੇ ਆਪ ਨੂੰ ਸੰਭਾਲੋ, ਬਿਲਕੁਲ, ਹੈ ਨਾ, ਕਿਉਂਕਿ ਫੀਲ ਤਾਂ ਹੁੰਦਾ, ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਲਾਗਿਓਂ ਜਾਣਿਆ, ਨੇੜਿਓਂ ਦੇਖਿਆ, ਉਹਨਾਂ ਨੂੰ ਤਾਂ ਪਤਾ ਸੀ ਸਿੱਧੂ ਕੌਣ ਹੈ, ਕਿਵੇਂ ਦਾ ਹੈ। ਪਰ ਜਿਨ੍ਹਾਂ ਨੇ ਦੂਰੋਂ ਬਸ ਉਹਨੂੰ ਦੇਖਿਆ ਤਾਂ ਉਹਨਾਂ ਨੂੰ ਐਂ ਲੱਗਦਾ ਸੀ ਪਤਾ ਨਹੀਂ ਸ਼ਾਇਦ ਇਹ ਕਿਵੇਂ ਦਾ, ਹੈ ਨਾ, ਇਹ ਤਾਂ ਐਵੇਂ ਦੇ ਗਾਣੇ ਕੱਢਦਾ ਆ ਜਾਂ ਕੁਛ ਵੀ, ਹੈ ਨਾ, ਬਹੁਤ ਉਦੋਂ ਗੱਲਾਂ ਬਹੁਤ ਹੁੰਦੀਆਂ ਨੇ। ਪਰ ਜਿਨ੍ਹਾਂ ਨੇ ਉਹਨੂੰ ਬਹੁਤ ਨੇੜੇ ਦੇਖਿਆ, ਮੈਂ ਉਹਨਾਂ ਦੇ ਮੂੰਹੋਂ ਇਹੀ ਸੁਣਦੀ ਕਿ ਉਹ ਭਗਤ ਬੰਦਾ ਸੀਗਾ, ਉਹ ਐਵੇਂ ਸੀ, ਉਹ ਸਭ ਦੀਆਂ ਜ਼ੁਬਾਨ ਤੋਂ ਅਸੀਂ ਇਹੀ ਸੁਣਿਆ। ਤਾਂ ਫਿਰ ਜਦੋਂ ਹੁਣ ਤੁਹਾਡੇ ਉਹਨਾਂ ਨਾਲ ਵੈਸੇ ਕਿੰਨੇ ਕੁ ਗਾਣੇ ਰਿਕਾਰਡ ਹੋ ਗਏ ਸੀਗੇ? ਗਾਣੇ ਹੁਣ ਇੱਕ ਲਾਸਟ ਵੀ ਜਿਹੜਾ ਅਸੀਂ ਗਾਣਾ ਡੱਬ ਕੀਤਾ 28 April ਨੂੰ ਅਸੀਂ ਲਾਸਟ ਵਾਰੀ ਮਿਲੇ ਹਾਂ, ਮੈਂ ਅਤੇ ਮੇਰਾ ਵੀਰਾ ਗਿਆ ਸੀ ਸਟੂਡੀਓ, ਅਤੇ ਉਦਣ ਵੀ ਇੱਕ ਫੋਰਚੂਨਰ ਗਾਣਾ ਅਸੀਂ ਡੱਬ ਕੀਤਾ, ਔਰ ਇੱਕ ਤਿਆਰੀ ਵਿੱਚ ਰਹਿੰਦੇ ਹਾਂ ਇੱਕ ਗਾਣਾ ਸੀ, ਉਹ ਅਸੀਂ ਕਰ ਰਹੇ ਸੀ। ਅਤੇ ਮਤਲਬ
ਗਾਣੇ ਗਾਣੇ ਨਾਲੋਂ ਘੱਟ ਸਾਨੂੰ ਮਤਲਬ ਅਸੀਂ ਉਸ ਦਿਨ ਤੇ ਨਾ ਮੈਨੂੰ ਲੱਗਦਾ ਕਿ ਅਸੀਂ ਗਾਣੇ ਸਿਰਫ 2 ਡੱਬ ਕੀਤੇ, ਲੇਕਿਨ 2 ਘੰਟੇ ਬੈਠ ਕੇ ਨਾ ਉਹਦੇ ਨਾਲ ਗੱਲਾਂ ਹੀ ਕੀਤੀਆਂ, ਉਹਦੀਆਂ ਗੱਲਾਂ ਹੀ ਸੁਣੀਆਂ, ਕਿਉਂਕਿ ਸ਼ਾਇਦ ਜਿੱਦਾਂ ਪਰਮਾਤਮਾ ਵੱਲੋਂ ਨਾ, ਜਿੱਦਾਂ ਪਰਮਾਤਮਾ ਸਾਨੂੰ ਕਹਿ ਰਿਹਾ ਸੀ ਵੀ ਤੁਹਾਡੀ ਆਖਰੀ ਮੀਟਿੰਗ ਹੈ, ਵੀ ਤੁਸੀਂ ਕਰ ਲਓ ਜਿੰਨੀਆਂ ਗੱਲਾਂ ਕਰਨੀਆਂ। ਹੋਰ ਬੜੇ ਸਾਰੇ ਗਾਣੇ ਹੁਣ ਮੈਨੂੰ ਮੇਰੇ ਕੋਲ ਪਈਆਂ ਚੈਟਸ ਉਹਨਾਂ ਦੀਆਂ ਵੀ, ਜਿੱਥੋਂ ਕਹਿ ਰਿਹਾ ਵੀ ਇੱਕ ਚਮਕੀਲੇ ਸਟਾਈਲ ਗਾਣਾ ਆ ਜੈਨੀ, ਉਹ ਡੱਬ ਕਰਦੇ ਆ ਆਪਾਂ, ਉਹਦੀ ਵੀਡੀਓ ਕਲੱਬ ਸਟਾਈਲ ਬਣਾਵਾਂਗੇ, ਪਤਾ ਨਹੀਂ ਕੀ ਕੁਛ ਪਲਾਨ ਕੀਤਾ ਹੋਇਆ ਸੀ ਉਹਨਾਂ ਨੇ ਨਾ, ਅੱਗੋਂ ਅਸੀਂ ਕੰਮ ਕਰ ਹੀ ਰਹੇ ਸੀ, ਤੇ ਉਹਦੀ ਇੱਕ ਕਮਿਟਮੈਂਟ ਸੀਗੀ ਸਾਨੂੰ ਵੀ ਜਿੰਨੇ ਵੀ ਉਹਦੇ ਗਾਣੇ ਹੋਣਗੇ ਉਹਨਾਂ 'ਚ ਫੀਚਰਿੰਗ ਹੋਊਗੀ ਮੇਰੀ, ਮੈਨੂੰ ਮਤਲਬ ਮੇਰੇ ਗਾਣੇ ਵੀ ਹੋਣਗੇ ਡੂਇਟ ਉਹਦੇ ਨਾਲ। ਸੋ ਬਹੁਤ ਸਾਰੀਆਂ ਗੱਲਾਂ ਉਹ ਨਾਲ ਹੀ ਰਹਿ ਗਿਆ ਆਪਣੇ। ਲਾਸਟ ਮੁਲਾਕਾਤ ਉਹੀ ਸੀ ਜਿੱਥੇ ਤੁਸੀਂ ਬੈਠੇ ਹਾਂਜੀ, ਸੀ? ਸਾਡੀ ਮਰਸੀ ਦੇ ਸਟੂਡੀਓ ਸੀਗੀ, ਉੱਥੇ ਅਸੀਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਕਾਫੀ। ਸੋ ਹਾਂਜੀ, ਬਸ ਉਹੀ ਸੀ। ਤੁਸੀਂ ਉੱਧਰ ਵੀ ਬੋਲ ਕੇ ਗਏ ਸੀ, ਮੈਂ ਤੁਹਾਨੂੰ ਸੁਣ ਰਹੀ ਸੀ, ਤੁਸੀਂ ਇਹ ਗੱਲ ਕਹੀ ਸੀ ਕਿ ਕੈਂਡਲ ਮਾਰਚ 'ਤੇ ਉਹਨਾਂ ਦੇ ਪਿਤਾ ਜੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਰੇ ਆ ਕੇ ਖੜੋ, ਸਾਰੀਆਂ ਪਾਰਟੀਆਂ ਵੀ, ਜਥੇਬੰਦੀਆਂ ਦੇ ਲੀਡਰ ਵੀ ਸਾਰੇ ਆਉਣ, ਪਰ ਨਾ ਤਾਂ ਉੱਥੇ ਸਾਨੂੰ ਸਿਆਸੀ ਲੀਡਰ ਕੋਈ ਦਿਖਿਆ ਸੀ, ਨਾ ਕੋਈ ਸਾਨੂੰ ਜਥੇਬੰਦੀ ਦਿਖੀ ਸੀਗੀ, ਤਾਂ ਕਲਾਕਾਰਾਂ ਦੀ ਸਾਨੂੰ ਬਹੁਤ ਉਮੀਦ ਸੀਗੀ ਕਿ ਹਾਂ ਇਹ ਸਭ ਪਹੁੰਚਣਗੇ ਉੱਥੇ, ਪਰ ਸਿਰਫ ਮੈਨੂੰ ਲੱਗਦਾ ਕੁੜੀਆਂ ਜੀ, ਰੁਪਿੰਦਰ ਹਾਂਡਾ ਸੀਗੇ ਜਾਂ ਸੋਨੀਆ ਮਾਨ ਜੀ ਸੀ, ਤੁਸੀਂ ਤੁਹਾਡੇ ਤਿੰਨਾਂ ਤੋਂ ਇਲਾਵਾ ਸਾਨੂੰ ਉੱਥੇ ਕੋਈ ਦਿਖਿਆ ਵੀ ਨਹੀਂ। ਉਦੋਂ ਵੀ ਲੱਗਾ ਕਿ ਤੁਸੀਂ ਵੀ ਹੈਰਾਨ ਹੋਏ ਕਿ ਜਿਹੜੇ ਪੋਸਟਾਂ ਪਾਉਂਦੇ ਆ ਜਾਂ ਸਟੇਜਾਂ 'ਤੇ ਥਾਪੀਆਂ ਮਾਰ ਕੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਗੀਤ ਗਾ ਲਿਆ, ਪਰ ਉਦੋਂ ਦਿਖੇ ਨਹੀਂ ਸਾਨੂੰ। ਬਸ ਉਹ ਚੀਜ਼ ਤਕਲੀਫ ਦਿੰਦੀ ਹੈ। ਬਹੁਤ ਸਾਰੇ ਐਵੇਂ ਦੇ ਆਰਟਿਸਟ, ਅਸੀਂ ਤਾਂ ਚਲੋ ਵੀ ਮਤਲਬ ਸਾਡੇ ਨਾਲ ਅਸੀਂ ਦਿਲੋਂ ਰਿਸਪੈਕਟ ਕਰਦੇ ਸੀ, ਸਾਡੇ ਦਿਲ 'ਚ ਬਹੁਤ ਪਿਆਰ ਉਹਦੇ ਲਈ, ਪਰ ਕੁਛ ਐਵੇਂ ਦੇ ਆਰਟਿਸਟ ਹੈਗੇ ਸੀ ਨਾ ਜਿਨ੍ਹਾਂ ਨਾਲ ਉਹਦੀ ਬਹੁਤ ਨਿੱਜੀ ਸਾਂਝ ਸੀ, ਬਹੁਤ ਹੀ ਜ਼ਿਆਦਾ ਪਿਆਰ ਸੀ, ਵੀ ਉਹਨਾਂ 'ਚ ਕੋਈ ਨਹੀਂ ਸੀ। ਉਹ ਚੀਜ਼ ਨੇ ਮੈਨੂੰ ਬਹੁਤ ਤਕਲੀਫ ਦਿੱਤੀ ਵੀ ਮੈਂ ਤੁਸੀਂ ਦੇਖਿਆ ਹੋਣਾ ਕਿ ਜਿੰਨਾ ਟਾਈਮ ਹੋ ਗਿਆ ਸਿੱਧੂ ਦੀ ਮੌਤ ਨੂੰ, ਨਾ ਮੈਂ ਉਹਦੇ ਕਦੇ ਪੈਰੈਂਟਸ ਨਾਲ ਕਿਤੇ ਵੀ ਮੈਂ ਕੋਈ ਫੋਟੋ ਨਹੀਂ ਪਾਈ, ਸਿੱਧੂ ਨਾਲ ਵੀ ਈਵਨ ਅਸੀਂ ਕੋਈ ਫੋਟੋ ਖਿੱਚੀ ਤੱਕ ਨਹੀਂ ਸੀ, ਵੀ ਸਾਨੂੰ ਇਹ ਸੀ ਕਿ ਸ਼ੋਅ ਆਫ ਕਰਨ ਨਾਲ ਉਹ ਨਹੀਂ ਹੁੰਦਾ, ਵੀ ਦਿਲੋਂ ਪਿਆਰ ਹੋਣਾ ਚਾਹੀਦਾ ਹੈ ਨਾ, ਤੇ ਕੁਛ ਵੀ ਨਹੀਂ। ਪਰ ਬਹੁਤ ਸਾਰੇ ਕਲਾਕਾਰ ਉਹਦੇ ਘਰ ਜਾ ਕੇ ਫੋਟੋਜ਼ ਪਾ ਰਹੇ ਆ ਮੰਮਾ ਪਾਪਾ ਨਾਲ, ਸਿਰਫ ਇੱਥੇ ਸਾਡਾ ਫਰਜ਼ ਨਹੀਂ ਖਤਮ ਹੋ ਜਾਂਦਾ, ਸਾਨੂੰ ਵੀ ਉਹਨਾਂ ਨਾਲ ਤੁਰਨਾ ਚਾਹੀਦਾ, ਸਾਡੇ ਸਾਰੇ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ। ਬਹੁਤ ਸਾਰੇ ਆਰਟਿਸਟ ਤਾਂ ਇੱਦਾਂ ਦੇ ਆ ਨਾ ਜਿਨ੍ਹਾਂ ਦਾ ਕਰੀਅਰ ਹੀ ਉਹਨੇ ਬਣਾਇਆ ਆ, ਉਹ ਕਿਉਂ ਨਹੀਂ ਆ ਰਹੇ, ਕਿਉਂ ਨਹੀਂ ਜਸਟਿਸ ਮੰਗ ਰਹੇ ਸੀ? ਅਸੀਂ ਇੰਨਾ ਡਰਦੇ ਹਾਂ ਮੌਤ ਤੋਂ, ਮਤਲਬ ਮੌਤ ਤਾਂ ਭੈਣ ਸਾਰਿਆਂ ਨੂੰ ਆਉਣੀ ਆ ਇੱਕ ਤਾਂ। ਬਿਲਕੁਲ ਜੈਨੀ, ਜਿੱਦਾਂ ਅਸੀਂ ਆਪਣੀ ਹਰ ਲਾਈਨ ਦੀ ਗੱਲ ਕਰੀਏ, ਕਿਤੇ ਵੀ ਕੋਈ ਭੀੜ ਪੈਂਦੀ ਨਾ ਕਿਸੇ ਵੀ ਪੈਸ਼ਨ ਦੇ ਵਿੱਚ, ਕਿਸੇ ਵੀ ਹੈ ਨਾ ਡਿਪਾਰਟਮੈਂਟ ਦੇ ਵਿੱਚ, ਸਾਰੇ ਡਾਕਟਰ ਇਕੱਠੇ ਹੋ ਕੇ ਨਾ ਹੜਤਾਲ 'ਤੇ ਬਹਿ ਜਾਂਦੇ ਆ, ਜਾਂ ਟੀਚਰਾਂ ਨੂੰ ਕੋਈ ਜੋਬ ਨਹੀਂ ਮਿਲਦੀ, ਸਾਰੇ ਟੀਚਰ ਆ ਕੇ ਹੜਤਾਲ ਕਰਨ ਬਹਿ ਜਾਂਦੇ ਆ, ਹੈ ਨਾ। ਤਾਂ ਇਹ ਕਿਉਂ ਹੁੰਦਾ ਆ ਕਿ ਜਦੋਂ ਸਾਡੀ ਫਿਲਮ ਇੰਡਸਟਰੀ ਹੋ ਗਈ ਜਾਂ ਗਾਣਿਆਂ ਵਾਲੀ ਇੰਡਸਟਰੀ ਹੋ ਗਈ, ਇਹ ਇਕੱਠੀ ਕਿਉਂ ਨਹੀਂ ਹੁੰਦੀ? ਕੀ ਕਾਰਨ ਕੀ ਹੈ? ਪਤਾ ਨਹੀਂ, ਮੈਨੂੰ ਲੱਗਦਾ ਕਿ ਮਤਲਬ ਸ਼ਾਇਦ ਕਿਤੇ ਨਾ ਕਿਤੇ ਕੰਪੀਟੀਟਿਵਨੈਸ ਰੱਖਦੇ ਆ ਲੋਕੀ ਮਾਈਂਡ 'ਚ। ਕੀ ਰੀਜ਼ਨ ਆ, ਮੈਨੂੰ ਸੀਰੀਅਸਲੀ ਕਿਸਮਤ ਦਾ ਹੀ ਖਾਣਾ ਸਭ ਨੇ, ਕਿ ਜੋ ਲਿਖਿਆ ਹੋਇਆ ਜਾਂ ਤਾਂ ਜੇ ਉਹਦੀ ਸੋਚ ਇਦਾਂ ਦੀ ਸੀ, ਸਿੱਧੂ ਦੀ ਇਹ ਸੋਚ ਸੀ, ਕਿੰਨੇ ਹੁਣ ਜੇ ਉਹ ਵੀ ਸੋਚ ਸਕਦਾ ਸੀਗਾ ਕਿ ਮੈਂ ਇੱਕ ਵਧੀਆ ਵੋਕਲਿਸਟ ਮੁੰਡੇ ਆ, ਕਿੰਨੇ ਵਧੀਆ ਵੋਕਲਿਸਟ ਮੁੰਡੇ ਆ, ਉਹਨਾਂ ਵਧੀਆ ਲਿਖਦੇ ਵੀ ਆ ਕਈ, ਉਹਨਾਂ ਨੂੰ ਵੀ ਅੱਗੇ ਲੈ ਕੇ ਆ ਰਿਹਾ, ਫਿਰ ਉਹ ਵੀ ਇਦਾਂ ਸੋਚ ਲੈਂਦਾ ਵੀ ਮੈਨੂੰ ਕਿਉਂ ਅੱਗੇ ਲੈ ਕੇ ਆਵਾਂ, ਵੀ ਕੱਲ੍ਹ ਨੂੰ ਇਹ ਮੇਰਾ ਕੰਪੀਟੀਸ਼ਨ। ਉਹਨੇ ਤਾਂ ਨਹੀਂ ਸੋਚਿਆ, ਫਿਰ ਅਸੀਂ ਕਿਉਂ ਸੋਚਦੇ ਹਾਂ? ਸਭ ਨੇ ਆਪਣੀ ਆਪਣੀ ਰੋਟੀ ਖਾਣੀ ਹੁੰਦੀ ਆ, ਸਾਰਿਆਂ ਦਾ ਮਤਲਬ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਦੋਂ ਕਿਸੇ 'ਤੇ ਭੀੜ ਬਣਦੀ ਆ, ਕੱਲ੍ਹ ਨੂੰ ਇਹ ਦਿਨ ਸਾਡੇ 'ਤੇ ਵੀ ਆ ਸਕਦਾ, ਕਿਸੇ 'ਤੇ ਵੀ, ਫਿਰ ਅਸੀਂ ਕਿਉਂ ਪਿੱਛੇ ਰਹੀਏ, ਅਸੀਂ ਕਿਉਂ ਨਾ ਸਾਥ ਦਈਏ ਨਾ, ਸਾਨੂੰ ਜਾਣਾ ਚਾਹੀਦਾ ਸਾਰਿਆਂ ਨੂੰ। ਬਿਲਕੁਲ। ਤੁਹਾਨੂੰ ਸ਼ਿਕਵਾ ਕਿਹਦੇ ਨਾਲ ਹੈ? ਕਿਹਦੇ ਨਾਲ ਹੁੰਦਾ ਕਿ ਹਾਂ ਗਿਲਾ ਕਿਹਦੇ ਨਾਲ ਹੈ? ਮੈਂ ਤਾਂ ਆਪਣੇ ਗਾਣੇ 'ਚ ਸਾਰਾ ਕੁਛ ਹੀ ਕਹਿ ਦਿੱਤਾ ਜੀ, ਵੀ ਮਤਲਬ ਮੇਰੇ ਲਈ ਉਹ ਟ੍ਰਿਬਿਊਟ ਨਹੀਂ ਸੀ, ਮੇਰੇ ਲਈ ਤਾਂ ਉਹ ਸੱਚਾਈ ਸੀ ਜੋ ਮੈਂ ਪੇਸ਼ ਕੀਤੀ, ਵੀ ਕਲਾਕਾਰਾਂ ਨਾਲ ਹੈ, ਇਸ ਇੰਡਸਟਰੀ ਨਾਲ ਹੈ, ਵੀ RIP ਔਰ ਟੁੱਟੇ ਦਿਲ ਬਣਾ ਕੇ ਸਾਰ ਦਿੰਦੇ ਆ, ਹੈ ਨਾ, ਵੀ ਕੋਈ ਬੋਲਿਆ ਨਹੀਂ, ਕਲਾਕਾਰ ਪ੍ਰਸ਼ਾਸਨ ਨਾਲ ਆ, ਵੀ ਕਿਉਂ ਮਤਲਬ ਤੁਸੀਂ ਮਤਲਬ ਗੁੰਡਿਆਂ ਨੂੰ ਤਾਂ ਤੁਸੀਂ ਸਿਕਿਉਰਿਟੀਆਂ ਦਿੰਦੇ ਹੋ, ਸਾਰਾ ਕੁਛ ਕਰਦੇ ਹੋ ਨਾ, ਉਹਨਾਂ ਲਈ ਇੰਨਾ ਤੁਸੀਂ ਉਹਨਾਂ ਨੂੰ ਗਲੋਰੀਫਾਈ ਕਰ ਰਹੇ ਹੋ। ਈਵਨ ਮੀਡੀਆ ਚੈਨਲ 'ਤੇ ਵੀ ਮੈਂ ਉਹਨਾਂ ਦੇ ਦੇਖਦੀ ਹਾਂ, ਮੈਨੂੰ ਬੁਰੀ ਲੱਗਦੀ ਇਹ ਚੀਜ਼ ਵੀ ਕ੍ਰਿਮੀਨਲਸ ਨੂੰ ਗਲੋਰੀਫਾਈ ਕੀਤਾ ਜਾਂਦਾ, ਲੇਕਿਨ ਮਤਲਬ ਜੋ ਇੱਕ ਸੱਚੀ ਇੱਕ ਸ਼ਖਸੀਅਤ ਜੋ ਇੰਨਾ ਮਾਣ ਸੀ ਦੇਸ਼ ਦਾ, ਉਹ ਤੋਂ ਸਿਕਿਉਰਿਟੀ ਪਹਿਲਾਂ ਤਾਂ ਉਹਦੀ ਸਿਕਿਉਰਿਟੀ ਹਟਾਈ ਗਈ, ਹੈ ਨਾ, ਅਤੇ ਬਾਅਦ 'ਚ ਇੰਨਾ ਜੋ ਕੁਛ ਵੀ ਹੋਇਆ ਉਹਦੇ ਨਾਲ ਜਸਟਿਸ ਕਿਉਂ ਨਹੀਂ ਹੋ ਰਿਹਾ? ਕਿਉਂ ਉਹਦੇ ਮੰਮਾ ਪਾਪਾ ਨੂੰ, ਕਿਉਂ ਸਾਨੂੰ ਸਾਰਿਆਂ ਨੂੰ ਕੈਂਡਲ ਮਾਰਚ ਕਰਨ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ? ਇਹ ਬੜੀ ਸ਼ਰਮਨਾਕ ਗੱਲ ਆ ਸਰਕਾਰ ਵਾਸਤੇ, ਪ੍ਰਸ਼ਾਸਨ ਵਾਸਤੇ, ਵੀ ਤੁਸੀਂ ਕਿਉਂ ਇਨਸਾਫ ਨਹੀਂ ਦੇ ਰਹੇ ਹੋ? ਫਰਜ਼ ਬਣਦਾ ਨਾ ਕਿ ਵੀ ਤੁਸੀਂ ਉਹਨਾਂ ਦੇ ਕਹਿਣ ਤੋਂ, ਉਹਨਾਂ ਦੇ ਪੈਰੈਂਟਸ ਦੇ ਅਪੀਲ ਕਰਨ ਤੋਂ ਪਹਿਲਾਂ ਹੀ ਇਨਸਾਫ। 3 ਮਹੀਨੇ ਹੋ ਗਏ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਸੋ ਬੁਰਾ ਲੱਗਦਾ। ਮੈਂ ਤੁਹਾਡਾ ਉਹੀ ਗਾਣਾ ਸੁਣਨਾ ਚਾਹਾਂਗੀ ਜੋ ਤੁਸੀਂ ਉਸ ਦਿਨ ਗਾਇਆ ਸੀ, ਇਹ ਕੌੜੀ ਸੱਚਾਈ ਜਿਹੜੀ ਗਾਈ ਸੀ। ਇਹ ਕੋਈ ਕੰਮ ਨਹੀਂ ਸੂਰਮਿਆਂ ਵਾਲਾ ਜੋ 8 ਬੰਦਿਆਂ ਨੇ ਕੱਲਾ ਸ਼ੇਰ ਮਾਰਿਆ, ਇਹ ਕੋਈ ਕੰਮ ਨਹੀਂ ਸੂਰਮਿਆਂ ਵਾਲਾ ਜੋ 8 ਬੰਦਿਆਂ ਨੇ ਕੱਲਾ ਸ਼ੇਰ ਮਾਰਿਆ। ਸ਼ਰਮ ਸਾਰੇ ਇਨਸਾਨੀਅਤ ਕਰਤੀ, ਇੰਨਾ ਸੋਚ ਨੂੰ ਪਤਾਲ 'ਚ ਨਗਾਰਿਆ।
ਕਹਿੰਦੇ ਸੱਚ ਦੀ ਆਵਾਜ਼ ਅਸਾਂ ਦੱਬਣੀ, ਕਹਿੰਦੇ ਸੱਚ ਦੀ ਆਵਾਜ਼ ਅਸਾਂ ਦੱਬਣੀ, ਜਿੱਤ ਜਾਂਗੇ ਸ਼ੇਰ ਮਾਰ ਕੇ ਮਾਰ ਕੇ ਮਾਰ ਕੇ, ਹੋ ਦੁੱਗਣੀ ਬੁਲੰਦ ਕਰ ਗਏ ਚੱਲੇ ਹਾਰ ਕੇ, ਮੂਸੇ ਜੱਟ ਨੂੰ ਅਮਰ ਕਰ ਗਏ ਤੁਸੀਂ ਮਾਰ ਕੇ। ਕਿਆ ਬਾਤ ਹੈ ਜੀ, ਤੁਹਾਡੀ ਆਵਾਜ਼ ਬਹੁਤ ਦਮ ਹੈ। ਥੈਂਕ ਯੂ। ਹੁਣ ਤਾਂ ਮੈਨੂੰ ਥੋੜਾ ਕੋਲਡ ਹੋਇਆ ਪਿਆ ਵੈਸੇ। ਜਿੱਦਾਂ ਤੁਸੀਂ ਕਿਹਾ ਕਿ ਮੰਮਾ ਤੁਹਾਡਾ ਬਹੁਤ ਸਾਥ ਦਿੰਦੇ ਨਾ, ਤੇ ਪਾਪਾ ਦੀ ਗੱਲ ਕਰੀਏ, ਕਹਿੰਦੇ ਪਾਪਾ ਦੀਆਂ ਬੇਟੀਆਂ ਜਿਹੜੀਆਂ ਬੜੀਆਂ ਲਾਡਲੀਆਂ ਹੁੰਦੀਆਂ ਬਹੁਤ ਨੇ। ਜ਼ਿਆਦਾ, ਮੈਂ ਤਾਂ ਬਹੁਤ ਜ਼ਿਆਦਾ ਲਾਡਲੀ ਹਾਂ ਉਹਨਾਂ ਦੀ। ਤੇ ਮੈਨੂੰ ਤੇ ਇਨਫੈਕਟ ਮੇਰੇ ਬ੍ਰਦਰ ਨਾਲੋਂ ਜ਼ਿਆਦਾ ਪਾਪਾ ਕਰਦੇ ਨੇ ਪਿਆਰ। ਔਰ ਜਿੰਨਾ ਵੀ ਉਹਨਾਂ ਦੀਆਂ ਹਮੇਸ਼ਾ ਜਿੰਨੀ ਵੀ ਮੈਂ ਲਿਖਦੀ ਵੀ ਆ, ਜੋ ਵੀ ਕਰਦੀ ਆ ਨਾ, ਮੇਰੇ ਨਾਨੂ ਔਰ ਮੇਰੇ ਪਾਪਾ ਦੀ ਸਾਰੀ ਸਿੱਖਿਆ ਆ ਵੀ ਉਹਨਾਂ ਤੋਂ ਮੈਨੂੰ ਇਹ ਗੁੜਤੀ 'ਚ ਮਿਲੀਆਂ ਚੀਜ਼ਾਂ ਸ਼ਾਇਦ ਨਾ, ਕਿ ਉਹਨਾਂ ਦੀਆਂ ਕਿਤਾਬਾਂ ਨਾਲ ਇੰਨਾ ਪਿਆਰ ਆ ਹੈ ਨਾ, ਉਹਨਾਂ ਦੀ ਥੋਟਸ ਨਾਲ ਇੰਨਾ ਪਿਆਰ ਆ। ਸੋ ਹਮੇਸ਼ਾ ਮੈਨੂੰ ਉਹ ਸਿਖਾਉਂਦੇ ਰਹਿੰਦੇ ਆ ਵੀ ਮੈਨੂੰ ਜਦੋਂ ਛੋਟੀ ਸੀ ਉਦੋਂ ਗੁਰਬਾਣੀ ਦੀਆਂ ਵੀ ਤੁਕਾਂ ਮੈਨੂੰ ਸਿਖਾਉਂਦੇ ਸੀ। ਇੱਦਾਂ ਹਮੇਸ਼ਾ ਉਹਨਾਂ ਦਾ ਮੈਨੂੰ ਸਾਥ ਰਹਿੰਦਾ ਆ ਪਾਪਾ ਦਾ ਨਾ, ਵੀ ਮੈਂ ਇਹ ਕਹਿੰਦੀ ਕਿ ਇੱਕ ਇਨਸਾਨ ਦੀ ਸ਼ਖਸੀਅਤ ਡਿਵੈਲਪ ਹੋਣ 'ਚ ਨਾ ਉਹਦੇ ਪੈਰੈਂਟਸ ਦਾ, ਮੰਮਾ ਦਾ ਅਤੇ ਪਾਪਾ ਦਾ ਬਰਾਬਰ ਹੱਥ ਹੁੰਦਾ ਆ ਨਾ। ਸੋ ਮੇਰੇ ਪਾਪਾ ਨੇ ਹਮੇਸ਼ਾ ਮੈਨੂੰ ਚੰਗੇ ਸਿੱਖਿਆਵਾਂ ਦਿੱਤੀਆਂ ਨੇ, ਵੀ ਚਾਹੇ ਨਾਨੂ ਵੀ ਮੇਰੇ ਵੀ ਪ੍ਰਿੰਸੀਪਲ 'ਤੇ ਖੜੇ ਰਹਿ ਕੇ ਕੰਮ ਕਰਨਾ, ਜੇ ਅਸੂਲ ਖਤਮ ਜ਼ਮੀਰਾਂ ਖਤਮ ਅਤੇ ਬੰਦਾ ਖਤਮ, ਵੀ ਅਸੂਲ ਔਰ ਜ਼ਮੀਰ ਜ਼ਰੂਰੀ ਹੈ। ਬਿਲਕੁਲ। ਤੁਸੀਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਇੱਕ ਇੰਟਰਵਿਊ ਵਿੱਚ ਕਿ ਤੁਹਾਨੂੰ ਕਿਸੇ ਨੇ ਕਿਹਾ ਸੀਗਾ ਕਿ ਜੇ ਇਸ ਇੰਡਸਟਰੀ 'ਚ ਆਉਣਾ ਆ ਤਾਂ ਸਾਡੇ ਨਾਲ ਇੱਕ ਇਹੋ ਜਿਹਾ ਰਿਸ਼ਤਾ ਬਣਾ ਕੇ ਰੱਖਣਾ ਪਏਗਾ। ਹਾਂਜੀ ਹਾਂਜੀ। ਨਹੀਂ, ਟਰਮਸ ਐਂਡ ਕੰਡੀਸ਼ਨਸ ਲੱਗਦੀਆਂ ਨੇ। ਮੈਨੂੰ ਲੱਗਦਾ ਕਿ ਮੈਂ ਈਵਨ ਜਦੋਂ NOC ਲੈਣ ਤੋਂ ਬਾਅਦ ਸਿਰਫ ਉਹੀ ਇੱਕ ਸਾਡਾ ਹੈਗਾ ਸੀਗਾ ਵੀ ਜਦੋਂ ਅਸੀਂ ਬੰਟੀ ਭਾਜੀ ਨਾਲ ਸਾਈਨ ਹੋਏ ਸੀ, ਉੱਥੇ ਮੈਨੂੰ ਇਸ ਚੀਜ਼ ਦੀ ਬਹੁਤ ਸੈਟਿਸਫੈਕਸ਼ਨ ਸੀ ਵੀ ਘਰ ਵਾਲੀ ਗੱਲ ਸੀ ਵੀ ਮੈਨੂੰ ਇੰਨੀ ਇੱਜ਼ਤ ਦਿੰਦੇ ਸੀ, ਮੇਰੀ ਭੈਣ ਕਹਿੰਦੇ ਸੀ, ਮੰਮਾ ਨਾਲ ਵੀ ਇੰਨਾ ਪਿਆਰ ਸੀ। ਨਹੀਂ ਤਾਂ ਇਸ ਇੰਡਸਟਰੀ 'ਚ ਮੈਂ ਬਹੁਤ ਕੁਛ ਦੇਖਿਆ ਆ ਵੀ ਉਸ ਤੋਂ ਬਾਅਦ ਹੁਣ ਵੀ ਜਦੋਂ ਅਸੀਂ ਇੰਡੀਪੈਂਡੈਂਟ ਕੰਮ ਕਰ ਰਹੇ ਹਾਂ, ਜਦੋਂ ਅਸੀਂ ਸੋਚਦੇ ਸੀ ਕਿ ਚਲੋ ਕਿਸੇ ਹੋਰ ਕੰਪਨੀ ਨਾਲ ਜਾਂ ਕਿਸੇ ਨਾਲ ਮਿਲ ਕੇ ਕੰਮ ਕਰ ਲਿਆ ਜਾਏ, ਤਾਂ ਉਹਨਾਂ ਦੀਆਂ ਸ਼ਰਤਾਂ ਬੜੀਆਂ ਹੀ ਵਾਹਿਆਤ ਹੈਗੀਆਂ ਨੇ। ਬਹੁਤ ਸਾਰੇ ਆਰਟਿਸਟ ਜੋ ਲੋਕਾਂ ਨੂੰ ਲੱਗਦਾ ਨਾ ਕਿ ਬਹੁਤ ਅੱਗੇ ਨਿਕਲ ਗਏ ਆ, ਬਹੁਤ ਸਾਰਾ ਕੁਛ, ਉਹ ਬਹੁਤ ਸਾਰੇ ਰੀਜ਼ਨਸ ਹੁੰਦੇ ਆ। ਹੁਣ ਜੇ ਤਾਂ ਤੁਸੀਂ ਹਰ ਗੱਲ 'ਤੇ ਤੁਸੀਂ ਸਮਝੌਤਾ ਕਰ ਲੈਂਦੇ ਹੋ ਕਿਸੇ ਚੀਜ਼ ਨਾਲ, ਟਰਮਸ ਐਂਡ ਕੰਡੀਸ਼ਨਸ ਮੰਨ ਲੈਂਦੇ ਹੋ, ਫਿਰ ਤਾਂ ਤੁਸੀਂ ਰਾਤੋਂ ਰਾਤ ਬਹੁਤ ਉੱਪਰ ਉਚਾਈਆਂ ਨੂੰ ਛੂਹ ਜਾਂਦੇ ਹੋ। ਪਰ ਤੁਸੀਂ ਆਪਣੇ ਪ੍ਰਿੰਸੀਪਲਸ ਨੂੰ ਕਾਇਮ ਰੱਖ ਕੇ ਹੈ ਨਾ, ਆਪਣੀਆਂ ਟਰਮਸ ਐਂਡ ਕੰਡੀਸ਼ਨਸ 'ਤੇ ਕੰਮ ਕਰਨਾ, ਫਿਰ ਕਾਮਯਾਬੀ ਦਾ ਰਾਹ ਬਹੁਤ ਔਖਾ ਹੁੰਦਾ। ਫੇਮ ਉੱਦਾਂ ਬਹੁਤ ਸਸਤਾ ਹੈ, ਗਲਤ ਰਸਤਿਆਂ ਨਾਲ ਫੇਮ ਬਹੁਤ ਸਸਤਾ ਮਿਲਦਾ ਹੈ, ਪਰ ਮੈਨੂੰ ਸਸਤਾ ਫੇਮ ਨਹੀਂ ਚਾਹੀਦਾ। ਬਿਲਕੁਲ। ਜੈਨੀ ਕਿਵੇਂ ਦੇ ਆ? ਇਮੋਸ਼ਨਲ ਹੈ, ਸ਼ਰਾਰਤੀ ਹੈ, ਜਾਂ ਫਿਰ ਸਾਰਾ ਕੁਛ ਸੀਰੀਅਸ ਹੀ ਹੈ? ਸ਼ਰਾਰਤੀ ਵੀ ਆ ਲੇਕਿਨ ਸੈਂਸਿਟਿਵ ਆ ਬਹੁਤ। ਜਦੋਂ ਕੋਈ ਚੰਗੀ ਚੀਜ਼ ਵੀ ਫੀਲ ਹੁੰਦੀ ਆ ਜ਼ਿਆਦਾ, ਲੇਕਿਨ ਜਦੋਂ ਕੋਈ ਨੈਗੇਟਿਵ ਚੀਜ਼ ਵੀ ਹੁੰਦੀ ਉਹ ਵੀ ਜ਼ਿਆਦਾ ਹੀ ਫੀਲ ਹੋ ਜਾਂਦੀ ਹੈ, ਅਸਰ ਹੁੰਦਾ ਮਨ 'ਤੇ। ਔਰ ਮੈਨੂੰ ਕਈ ਵਾਰੀ ਮੈਨੂੰ ਕਹਿੰਦੇ ਆ ਸਾਰੇ ਵੀ ਤੂੰ ਥੋੜ੍ਹਾ ਸਟਰੋਂਗ ਹੋਇਆ ਕਰ, ਵੀ ਇੰਨਾ ਇਮੋਸ਼ਨਲ ਹੋ ਕੇ, ਇੰਨੀ ਸੈਂਸਿਟਿਵ ਹੋ। ਈਵਨ ਜਦੋਂ ਮੈਂ ਮੂਜ਼ ਗਾਣਾ ਲਿਖਿਆ, ਈਵਨ ਮੇਰੇ ਕਜ਼ਨਸ ਨੇ, ਸਾਰਿਆਂ ਨੇ, ਮਤਲਬ ਮੰਮਾ ਪਾਪਾ ਤੱਕ ਨੂੰ ਆ ਸੀ ਵੀ ਬਹੁਤ ਮਤਲਬ ਤੂੰ ਰਿਸਕ ਲੈ ਰਹੀ ਆ ਆਪਣੀ ਲਾਈਫ 'ਤੇ। ਲੇਕਿਨ ਮੈਨੂੰ ਜਿਹਦੇ ਨਾਲ ਮੈਂ ਦਿਲੋਂ ਅਟੈਚਡ ਹਾਂ ਨਾ, ਮੈਂ ਨਹੀਂ ਉਸ ਚੀਜ਼ ਨੂੰ ਮਤਲਬ ਇਗਨੋਰ ਕਰ ਸਕਦੀ ਵੀ ਜੇ ਮੈਂ ਜੋ ਮੇਰੇ ਦਿਲ 'ਚ ਆ ਮੈਂ ਉਹ ਕੀਤਾ ਉਸ ਗਾਣੇ 'ਚ। ਲੇਕਿਨ ਬੜਾ ਮੇਰੇ ਕਜ਼ਨਸ ਨੂੰ ਸਾਰਿਆਂ ਨੂੰ ਡਰ ਲੱਗਦਾ ਸੀਗਾ ਵੀ ਦੀਦੀ ਤੁਸੀਂ ਇਹ ਕਿਉਂ ਕਰ ਰਹੇ ਹੋ ਗਾਣਾ, ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਖਤਰਾ ਆ? ਮੈਂ ਕਹਿੰਦੀ ਸੀ ਵੀ ਜਿਹੜਾ ਬੰਦਾ ਇੰਨੀ ਤੋਂ ਸਾਰੀ ਇੰਡਸਟਰੀ ਦੇ ਖਿਲਾਫ ਮੇਰੇ ਨਾਲ ਖੜਾ ਰਿਹਾ ਹੈ ਨਾ, ਸਾਡਾ ਕੋਈ ਫਰਜ਼ ਨਹੀਂ ਬਣਦਾ ਵੀ ਫਿਰ ਤਾਂ ਲੱਖ ਲਾਹਨਤ ਆ, ਜੰਮਣ 'ਤੇ ਹੀ ਲੱਖ ਲਾਹਨਤ ਆ ਜੇ ਤੁਸੀਂ ਇਸ ਟਾਈਮ 'ਤੇ ਉਹਨਾਂ ਦੇ ਨਾਲ ਨਹੀਂ ਖੜਦੇ। ਬਿਲਕੁਲ। ਰਾਈਟਰ ਬੰਦਾ ਦੋ ਤਰੀਕੇ ਨਾਲ ਬਣਦਾ। ਇੱਕ ਤਾਂ ਜਿਹਨੂੰ ਅੰਦਰੋਂ ਸ਼ੌਂਕ ਹੋਵੇ, ਜਨੂਨੀ ਜਿਹਾ ਬੰਦਾ ਹੋਵੇ, ਉਹ ਲਿਖਣਾ ਸ਼ੁਰੂ ਕਰ ਦਿੰਦਾ। ਇੱਕ ਬੰਦੇ ਨੂੰ ਹਾਲਾਤ ਲਿਖਾਉਂਦੇ ਨੇ, ਹੈ ਨਾ, ਜਦੋਂ ਸੱਟ ਵੱਜਦੀ ਹੈ। ਬਿਲਕੁਲ। ਉਹ ਮੈਨੂੰ ਲੱਗਦਾ ਕਿ ਤੁਸੀਂ ਵੀ ਉੱਦਾਂ ਹੀ ਬਸ ਚੀਜ਼ਾਂ ਨੂੰ ਦੇਖ ਕੇ ਅਬਜ਼ਰਵ ਕਰਕੇ ਉਹ ਤਜਰਬਾ ਆ ਗਿਆ। ਮੈਨੂੰ ਲੱਗਦਾ ਕਿ ਮੈਂ ਪਹਿਲਾਂ ਵੀ ਲਿਖਦੀ ਸੀ, ਮੇਰਾ ਅਨਸਟੋਪੇਬਲ ਗਾਣਾ ਆਇਆ ਸੀ ਵਧੀਆ, ਉਹਦੇ 'ਚ ਮੈਂ ਕੋਸ਼ਿਸ਼ ਕੀਤੀ ਸੀ, ਮਿਹਨਤ ਕੀਤੀ ਸੀ। ਪਰ ਕਈ ਵਾਰੀ ਹੁੰਦਾ ਨਾ, ਤੁਹਾਨੂੰ ਹਾਲਾਤ ਤੁਹਾਨੂੰ ਇੱਦਾਂ ਟ੍ਰਿਗਰ ਕਰਦੇ ਆ ਕਿ ਤੁਹਾਡੀ, ਜਿੱਦਾਂ ਹੁਣ ਸਿੱਧੂ ਦੀ ਮੌਤ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਟ੍ਰਿਗਰ ਸੀ। ਉਹ 2 ਮਹੀਨੇ ਮੈਨੂੰ ਲੱਗਦਾ ਕਿ ਮੈਂ ਕੰਮ ਨਹੀਂ ਕੀਤਾ ਉਸ ਦੌਰਾਨ, ਬਿਲਕੁਲ ਵੀ ਕੋਈ ਕੰਮ ਨਹੀਂ ਕੀਤਾ। ਔਰ ਮੈਨੂੰ ਈਵਨ ਮੇਰੇ ਨਾਲ ਦੇ ਜਿਹੜੇ ਪ੍ਰੋਫੈਸ਼ਨ 'ਚ ਜਾਣਦੇ ਸੀ, ਜਿਹੜੇ ਮਤਲਬ ਇੱਕ ਵੈਲ ਵਿਸ਼ਰ ਵੀ ਹੁੰਦੇ ਆ ਕਈ, ਹੈ ਨਾ, ਅਤੇ ਉਹ ਮਤਲਬ ਮੇਰੇ ਬ੍ਰਦਰ ਨੂੰ ਜਾਂ ਮੰਮਾ ਨੂੰ ਸਾਰਿਆਂ ਨੂੰ ਫੋਨ ਕਰਕੇ ਕਹਿੰਦੇ ਸੀ ਵੀ ਇਹ ਬਹੁਤ ਅਨਪ੍ਰੋਫੈਸ਼ਨਲ ਚੱਲ ਰਹੀ ਹੈ ਜੈਨੀ, ਵੀ ਮਤਲਬ ਇਹਦਾ ਪੇਜ ਦੇਖ ਕੇ ਨਾ ਇਹ ਨਹੀਂ ਲੱਗਦਾ ਵੀ ਜੈਨੀ ਦਾ ਪੇਜ ਦੇਖ ਰਹੇ, ਇਹਦਾ ਪੇਜ ਦੇਖ ਕੇ ਲੱਗਦਾ ਕਿ ਅਸੀਂ ਸਿੱਧੂ ਦਾ ਪੇਜ ਦੇਖ ਰਹੇ ਹਾਂ, ਵੀ ਸਾਰੀਆਂ ਪੋਸਟਾਂ ਉਹਦੀਆਂ ਨੇ, ਹੈ ਨਾ, ਵੀ ਅਨਪ੍ਰੋਫੈਸ਼ਨਲ ਚੱਲ ਰਹੀ। ਲੇਕਿਨ ਮੇਰੇ 'ਤੇ ਜੇ ਮੈਂ ਪਹਿਲਾਂ ਕਿਹਾ ਤੁਹਾਨੂੰ ਕਿ ਮੈਂ ਸੈਂਸਿਟਿਵ ਹਾਂ ਨਾ, ਉਹ ਸਾਰੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਝੰਜੋੜਿਆ ਮੈਨੂੰ। ਔਰ ਉਹਨਾਂ ਦਿਨਾਂ 'ਚ ਮੈਨੂੰ ਲੱਗਦਾ ਕਿ ਮੈਂ ਨਾ ਕੋਈ ਹੋਰ ਆਰਟਿਸਟ ਨੂੰ ਸੁਣਿਆ ਅੱਜ ਤੱਕ, 3 ਮਹੀਨੇ ਹੋ ਗਏ, ਨਾ ਕਿਸੇ ਦਾ ਮੈਂ ਗਾਣਾ ਸੁਣਿਆ, ਨਾ ਮੈਂ ਕਿਸੇ ਨੂੰ ਵੇਖਿਆ। ਜੇ ਗਾਣਾ ਸੁਣਿਆ, ਜੇ ਵੇਖੀਆਂ ਵੀਡੀਓਜ਼, ਸਾਰਾ ਸਿੱਧੂ ਦੇ ਦੇਖੀਆਂ। ਅੱਜ ਤੱਕ ਮੇਰਾ ਉਹ ਹਾਲ ਹੈ। ਅਤੇ ਮੈਂ ਪਹਿਲਾ ਗਾਣਾ 2 ਮਹੀਨੇ ਉਹਦੀ ਮੌਤ ਤੋਂ ਬਾਅਦ ਪਹਿਲਾ ਗਾਣਾ ਰਿਕਾਰਡ ਕੀਤਾ, ਅਤੇ ਉਹ ਮੂਜ਼ ਗਾਣਾ ਜਿਹੜਾ ਮੈਂ ਉਹ ਡੱਬ ਕੀਤਾ।
ਕੈਮਰੇ ਦੇ ਸਾਹਮਣੇ ਆਉਣ ਦੇ ਅੱਗੇ ਦੀ ਮੇਰੇ 'ਚ ਹਿੰਮਤ ਨਹੀਂ ਹੈਗੀ ਸੀ ਵੀ ਉਸ ਤੋਂ ਬਾਅਦ ਮੈਨੂੰ ਕਿੰਨੇ ਇੰਟਰਵਿਊ ਚੈਨਲ ਲਈ ਮਤਲਬ ਚੈਨਲਸ ਤੋਂ ਕਾਲ ਆਏ ਵੀ ਇੰਟਰਵਿਊ ਕਰਨਾ, ਪਰ ਮੈਂ ਨਹੀਂ ਉਹਨਾਂ ਦਿਨਾਂ 'ਚ ਕਰ ਪਾਈ ਕਿਉਂਕਿ ਮੈਂ ਸਟੇਬਲ ਨਹੀਂ ਹੈਗੀ ਸੀ। ਇਹ ਵੀ ਜਿਹੜਾ ਅੱਜ ਵੀ ਤੁਹਾਡੇ ਨਾਲ ਜਿੰਮੀ ਬਾਈ ਦਾ ਸਾਨੂੰ ਫੋਨ ਆਇਆ ਵੀ ਤੁਸੀਂ ਕਰੋ ਇੰਟਰਵਿਊ ਜ਼ਰੂਰ, ਹੈ ਨਾ, ਮੈਂ ਉੱਥੇ ਵੀ ਮੈਂ ਅਵੋਇਡ ਕਰ ਰਹੀ ਸੀ ਕੈਂਡਲ ਮਾਰਚ 'ਤੇ ਕੈਮਰਾ। ਮੈਨੂੰ ਸੋਨੀਆ ਹੱਥ ਫੜ ਕੇ ਲੈ ਗਈ ਉੱਥੇ, ਕਹਿੰਦੇ ਵੀ ਜੇ ਤੂੰ ਆਈ ਹੈ ਤਾਂ ਤੂੰ ਬੋਲ ਕਿਉਂ ਨਹੀਂ ਰਹੀ, ਤੈਨੂੰ ਬੋਲਣਾ ਚਾਹੀਦਾ, ਹੈ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਕਿਸੇ ਨਾਲ ਜ਼ਿਆਦਾ ਇਮੋਸ਼ਨਲੀ ਅਟੈਚਡ ਹੁੰਦੇ ਨਾ, ਫਿਰ ਤੁਹਾਡੇ ਲਈ ਆਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਵੀ ਲਾਈਮਲਾਈਟ ਐਂਡ ਆਲ ਦਿਸ ਡਜ਼ਨਟ ਮੈਟਰ। ਸੋਨੀਆ ਮਾਨ ਨੇ ਵੀ ਬਹੁਤ ਕੁਝ ਦੇਖਿਆ ਬਟ ਉਹ ਵਿਭਾਗ ਦੇ ਨਾਲ ਬੋਲਦੇ ਨੇ ਨਾ, ਬਹੁਤ ਵਿਭਾਗ ਕੁੜੀ ਬਹੁਤ ਹੈ। ਵਿਭਾਗ ਨੇ, ਔਰ ਮੈਂ ਅਪਰੀਸ਼ੀਏਟ ਕਰਦੀ ਹਾਂ ਇਸ ਚੀਜ਼ ਨੂੰ ਕਿ ਸਭ ਤੋਂ ਪਹਿਲਾਂ ਜਦੋਂ ਸਿੱਧੂ ਦਾ ਇੱਦਾਂ ਅਸੈਸੀਨੇਸ਼ਨ ਹੋਈ ਸੀ, ਸੋ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਚੀਜ਼ ਕੁੜੀਆਂ ਵਿੱਚੋਂ ਉਹਨਾਂ ਨੇ ਬੋਲਿਆ, ਹੈ ਨਾ, ਇੰਨਾ ਕਿ ਇਕੱਠੇ ਕੀਤਾ ਕਿ ਸਾਰੇ ਅੱਗੇ ਆਓ ਇੰਡਸਟਰੀ 'ਚ। ਪਰ ਫਿਰ ਵੀ ਸਾਨੂੰ ਇਸ ਚੀਜ਼ ਦੀ ਤਕਲੀਫ ਆ, ਉੱਥੇ ਵੀ ਅਸੀਂ ਅੰਤਿਮ ਅਰਦਾਸ 'ਤੇ ਵੀ ਅਸੀਂ 2-3 ਕਲਾਕਾਰ ਕੁੜੀਆਂ ਸੀਗੀਆਂ ਅਤੇ 2-3 ਮੁੰਡੇ ਸੀ, ਕੋਈ ਨਹੀਂ ਇੰਡਸਟਰੀ 'ਚੋਂ ਪਹੁੰਚਿਆ। ਇਸ ਚੀਜ਼ ਦਾ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਕਿਉਂ ਵੀ ਕੋਈ ਆਮ ਸ਼ਖਸੀਅਤ ਥੋੜ੍ਹੀ ਸੀ ਯਾਰ, ਮਤਲਬ ਕਿਉਂ ਐਡਾ ਵੱਡਾ ਬੰਦਾ ਕੋਈ ਵੀ ਨਹੀਂ ਪਹੁੰਚਿਆ। ਤਕਲੀਫ ਹੁੰਦੀ ਸੀ ਉਸ ਚੀਜ਼ ਦੀ। ਬਿਲਕੁਲ, ਉਹ ਪਹਿਲਾਂ ਵੀ ਕਹਿੰਦੇ ਕਿ ਪਾਰਲੇ ਜਦੋਂ ਪਹਿਲਾਂ ਤੁਸੀਂ ਸਾਰੇ ਇਕੱਠੇ ਹੁੰਦੇ ਹੋ ਉਦੋਂ ਚੰਗਾ ਬਾਈ, ਬਹੁਤ ਵਧੀਆ ਬਾਈ, ਅਤੇ ਜਦੋਂ ਕੋਈ ਚਲਾ ਜਾਂਦਾ ਆ ਤਾਂ ਕਹਿੰਦੇ ਪਾਰਲੇ ਪਾਸੇ ਗਈਆਂ ਸ਼ਰਧਾਂਜਲੀਆਂ ਫਿਰ ਕਿਸੇ ਨੇ ਨਾ ਤਾਂ ਦੇਖੀਆਂ ਨਾ ਤਾਂ ਦੇਖਣੀਆਂ ਨੇ, ਹੈ ਨਾ। ਸੋ ਖੈਰ ਜੈਨੀ ਦਾ ਸਫ਼ਰ ਬਹੁਤ ਰਿਹਾ ਆ, ਹੈ ਨਾ। ਬਸ ਤਾਂ ਇਹੀ ਉਮੀਦ ਕਰਾਂਗੇ ਕਿ ਕੁੜੀ ਟਿਕਾ ਵਾਲੀ ਹੈ, ਠਹਿਰਾ ਵਾਲੀ ਹੈ, ਜੇ ਟਿਕੇ ਹੋਏ ਉਹਦਾ ਪਰਮਾਤਮਾ ਖੁਦ ਬਖੁਦ ਝੋਲੀਆਂ ਬਹੁਤ ਤੁਹਾਡੀਆਂ ਭਰੇਗਾ, ਬਹੁਤ ਕੁਝ ਹੋਏਗਾ ਅੱਗੇ ਵੀ। ਆਉਣ ਵਾਲਾ ਸਮਾਂ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਏਗਾ, ਤੁਸੀਂ ਮਿਹਨਤ ਨਾਲ ਤੁਰੇ ਹੋਏ ਹੋ ਤਾਂ ਇੱਕ ਚੰਗੇ ਰਸਤੇ ਤੁਰੇ ਹੋਏ ਹੋ। ਤਾਂ ਜੇ ਕਿ ਸੁਖਵਿੰਦਰ ਅੰਮ੍ਰਿਤ ਨੂੰ ਪੜ੍ਹਦੇ ਵੀ ਹੈ ਤਾਂ ਉਹਨਾਂ ਦੀਆਂ ਗੱਲਾਂ 'ਚ, ਉਹਨਾਂ ਦੀਆਂ ਕਿਤਾਬਾਂ 'ਚ ਤਾਂ ਤੁਹਾਨੂੰ ਮੋਟੀਵੇਸ਼ਨਲ ਚੀਜ਼ਾਂ ਮਿਲਣਗੀਆਂ, ਬਹੁਤ ਬਹੁਤ ਸ਼ਕਤੀ ਮਿਲਦੀ ਹੈ। ਸੋ ਮੈਂ ਕੋਸ਼ਿਸ਼ ਕਰਦੀ ਹਾਂ ਈਵਨ ਜਿਹੜੇ ਅਗਲੇ ਆਉਣ ਵਾਲੇ ਗਾਣੇ ਵੀ ਆ ਉਹ ਵੀ ਲੋਕਾਂ ਨੂੰ ਲੱਗੂਗਾ ਕਿ ਹਾਂ ਮਿਹਨਤ ਕੀਤੀ ਆ, ਮੈਂ ਲਿਖੇ ਵੀ ਆਪ ਨੇ ਆਉਣ ਵਾਲੇ ਗਾਣੇ। ਸੋ ਹਾਂਜੀ। ਫਿਲਮ ਦਾ ਵੀ ਕੋਈ ਆਫਰ ਆਇਆ ਜਾਂ ਫਿਲਮ 'ਚ ਵੀ ਜਾਣਾ ਚਾਹੁੰਦੇ ਹੋ ਤੁਸੀਂ ਜਾਂ ਨਹੀਂ, ਆਫਰਸ ਤਾਂ ਹੈਗੀਆਂ ਸੀ ਪਰ ਮੈਂ ਹਾਲੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਕਿ ਮੈਂ ਸਟੇਬਲ ਨਹੀਂ ਸੀਗੀ ਬਿਲਕੁਲ। ਹੁਣ ਮੈਂ ਦੁਬਾਰਾ ਕੰਮ ਸ਼ੁਰੂ ਕੀਤਾ ਕਰਨਾ, ਪਰ ਹਜੇ ਮੈਂ ਆਪਣੇ ਗਾਣਿਆਂ 'ਤੇ ਜ਼ੋਰ ਹੈ ਜ਼ਿਆਦਾ ਮੈਨੂੰ, ਕਿਉਂਕਿ ਮੈਨੂੰ ਹਮੇਸ਼ਾ ਨਾ ਇੱਕ ਹੁੰਦਾ ਨਾ ਮੇਰਾ ਡਰੀਮ ਬਚਪਨ ਤੋਂ ਮੈਨੂੰ ਇਹ ਸੀਗਾ ਕਿ ਮੈਂ ਸਿੰਗਰ ਹੀ ਬਣਨਾ ਵੀ। ਮਤਲਬ ਹਾਲੇ ਤੱਕ ਕੋਈ ਮੈਨੂੰ ਪੁੱਛੇ, ਮੇਰਾ ਪੈਸ਼ਨ ਸਿੰਗਿੰਗ ਹੀ ਹੈ, ਮਤਲਬ ਐਕਟਿੰਗ ਮੇਰਾ ਇੰਨਾ ਕੋਈ ਪੈਸ਼ਨ ਹੈ ਨਹੀਂ। ਠੀਕ ਆ, ਸ਼ੌਕ ਆ, ਲੇਕਿਨ ਪੈਸ਼ਨ ਮਿਊਜ਼ਿਕ ਹੀ ਹੈ। ਤਾਂ ਹੁਣ ਕਿਹੜਾ ਨਵਾਂ ਗਾਣਾ ਦਰਸ਼ਕਾਂ ਦੀ ਕਚਹਿਰੀ 'ਚ ਲੈ ਕੇ ਆ ਰਹੇ ਹੋ? ਮੇਰਾ 1 ਮਿੰਟ ਮਿਊਜ਼ਿਕ ਆ ਰਿਹਾ ਇੱਕ 29 ਅਗਸਤ ਨੂੰ ਰਿਲੀਜ਼ ਹੋਣਾ ਇੰਸਟਾਗ੍ਰਾਮ ਰੀਲਸ 'ਤੇ। ਉਸ ਤੋਂ ਬਾਅਦ ਬੈਕ ਟੂ ਬੈਕ ਮੇਰੇ ਗਾਣੇ ਆ ਰਹੇ ਨੇ। ਅਸੀਂ ਹੁਣ ਵੀਡੀਓ ਸ਼ੂਟ ਵੀ ਕੀਤਾ ਰੀਸੈਂਟ ਇੱਕ ਗਾਣੇ ਦਾ, ਉਹ ਵੀ ਰਿਲੀਜ਼ ਕਰ ਰਹੇ ਹਾਂ ਜ਼ਰੂਰੀ। ਵੈਸੇ ਨਾ ਆਮ ਤੌਰ 'ਤੇ ਅੱਜ ਕੱਲ੍ਹ ਜਿਹੜਾ ਜ਼ਮਾਨਾ ਸੋਸ਼ਲ ਮੀਡੀਆ ਦਾ, ਹਰ ਚੀਜ਼ ਤੁਹਾਨੂੰ ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ ਮਿਲੇਗੀ, ਹੈ ਨਾ। ਤਾਂ ਜੈਨੀ ਜ਼ਿਆਦਾਤਰ ਕਿਹਦੇ ਨਾਲ ਅਟੈਚ ਹੈ? ਕਿਉਂਕਿ ਮੈਂ ਇੰਸਟਾਗ੍ਰਾਮ ਦੇਖਿਆ ਕਿ ਤੁਹਾਡੀ ਨਾ ਪੋਸਟਾਂ ਹੁੰਦੀਆਂ ਬਹੁਤ ਘੱਟ, ਨਹੀਂ ਤਾਂ ਕੁੜੀਆਂ ਬੈਕ ਟੂ ਬੈਕ ਪਾਉਂਦੀਆਂ ਨੇ ਗਾਣਿਆਂ 'ਤੇ ਵੀ, ਪਰ ਤੁਸੀਂ ਮੈਨੂੰ ਨਾ ਜ਼ਿਆਦਾ ਇਹ ਚੀਜ਼ਾਂ ਮੈਨੂੰ ਡਿਪਰੈਸ਼ਨ ਦੇਣ ਲੱਗ ਜਾਂਦਾ ਜ਼ਿਆਦਾ ਸੋਸ਼ਲ ਮੀਡੀਆ ਨਾ, ਪਤਾ ਨਹੀਂ ਕੀ ਗੱਲ ਹੈ। ਵੈਸੇ ਸਾਰੇ ਕਹਿੰਦੇ ਐਕਟਿਵ ਹੋਣਾ ਚਾਹੀਦਾ ਬਹੁਤ, ਮੈਂ ਕੋਸ਼ਿਸ਼ ਕਰਦੀ ਹਾਂ, ਹੁਣ ਤਾਂ ਮੈਂ ਕੋਸ਼ਿਸ਼ ਕਰਦੀ ਕਿ ਮੈਂ ਐਕਟਿਵ ਰਹਾਂ, ਪਰ ਪਤਾ ਨਹੀਂ ਜਿੰਨਾ ਕੁ ਹੋ ਪਾਉਂਦਾ ਓਨਾ ਹੀ ਕਰਦੀ। ਜੀ ਬਿਲਕੁਲ, ਤੁਹਾਡੇ ਪਿਆਰੇ ਜਿਹੇ ਗਾਣੇ ਨਾਲ ਅਸੀਂ ਇੰਟਰਵਿਊ ਦੀ ਸਮਾਪਤੀ ਕਰਾਂਗੇ ਜੀ। ਕਿਹੜਾ ਸੁਣਾਵਾਂ? ਜਿਹੜਾ ਤੁਹਾਡਾ ਆਪਣਾ ਗਾਣਾ ਤੇ ਫੇਵਰੇਟ ਹੋਣਾ ਕਿ ਮੇਰੀ ਜ਼ਿੰਦਗੀ ਦਾ, ਚਾਹੇ ਆਪਾਂ ਜਿਹਨੇ ਤੁਹਾਨੂੰ ਬਣਾਇਆ ਜੈਨੀ ਜੋ ਵਾਲਾ ਸ਼ੋਅ ਹੀ ਸੁਣ ਲੈਂਦੇ। ਯਾਰੀ ਜੱਟੀ ਦੀ ਸੁਣਾਉਣੀ ਹੈ। ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ, ਹਾਏ ਮੇਰੀ ਗੁੱਤ ਦਾ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ, ਨੀ ਜੱਟਾਂ ਦੇ ਪੁੱਤ ਦਾ। ਹੋ ਯਾਰੀ ਮੇਰੀ ਬਣ ਗਈ ਸਵਾਲ ਮੁੱਛਦਾ, ਨੀ ਸਵਾਲ ਮੁੱਛਦਾ। ਹਾਂ ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ, ਹਾਏ ਮੇਰੀ ਗੁੱਤ ਦਾ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ, ਨੀ ਜੱਟਾਂ ਦੇ ਪੁੱਤ ਦਾ। ਕੀ ਬਾਤ ਹੈ ਜੀ, ਬਹੁਤ ਹੀ ਖੂਬਸੂਰਤ। ਔਰ ਇੱਕ ਆਪਣੇ ਵੱਲੋਂ ਪਿਆਰਾ ਜਿਹਾ ਮੈਸੇਜ ਜ਼ਰੂਰ ਦਿਓ ਸਾਡੇ ਦਰਸ਼ਕਾਂ ਨੂੰ ਵੀ, ਪ੍ਰੋ ਪੰਜਾਬ ਟੀਵੀ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ, ਕਿ ਕਦਰ ਕਰਨੀ ਚਾਹੀਦੀ ਹੈ। ਬਿਲਕੁਲ, ਮੈਂ ਇਹੀ ਕਹਿੰਦੀ ਹਾਂ ਕਿ ਸਾਰੇ ਜਾਣੇ ਸਪੋਰਟ ਕਰਿਆ ਕਰੋ ਆਰਟਿਸਟ ਨੂੰ। ਜਦੋਂ ਕੋਈ ਮਿਹਨਤ ਕਰਕੇ ਆਉਂਦਾ, ਜਦੋਂ ਕੋਈ ਚਲਾ ਜਾਂਦਾ ਆ, ਉਦੋਂ ਫਿਰ ਆਪਾਂ ਸਾਰੇ ਸ਼ਰਧਾਂਜਲੀਆਂ ਦਿੰਦੇ ਹਾਂ, ਪਰ ਜਿਉਂਦੇ ਜੀ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਈਏ ਤਾਂ ਵਧੀਆ ਗੱਲ ਹੁੰਦੀ ਆ। ਜਿਉਂਦੇ ਜੀ ਤੁਸੀਂ ਕਦਰ ਕਰਿਆ ਕਰੋ ਆਰਟਿਸਟਾਂ ਦੀ, ਸਾਰਿਆਂ ਨੂੰ ਪਿਆਰ ਕਰਿਆ ਕਰੋ ਵੱਧ ਤੋਂ ਵੱਧ, ਕਿਉਂਕਿ ਸਾਰੇ ਮਿਹਨਤ ਕਰਕੇ ਆਉਂਦੇ ਆ। ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ, ਬਹੁਤ ਧੰਨਵਾਦ ਜੀ ਤੁਹਾਡਾ।
ਜੀ ਸੋ ਬਿਲਕੁਲ ਜੀ, ਇਹ ਸੀ ਜੈਨੀ ਜੌਲ। ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣੀਆਂ ਨੇ ਤਾਂ ਕਿਸ ਤਰੀਕੇ ਨਾਲ ਕੀ ਕੁਝ ਉਹਨਾਂ ਨੇ ਸਫ਼ਰ ਵੀ ਕੀਤਾ, ਪਰ ਫਿਰ ਵੀ ਆਪਣੇ ਜੋ ਉਹਨਾਂ ਦੀ ਮਾਤਾ ਜੀ ਉਹਨਾਂ ਨੇ ਸਿਖਾਇਆ ਜਾਂ ਉਹਨੇ ਆਪਣੇ ਪਰਮਾਤਮਾ 'ਤੇ ਇੱਕ ਟੇਕ ਰੱਖੀ ਹੈ ਤਾਂ ਉਸੇ 'ਤੇ ਚੱਲੇ ਹੋਏ ਨੇ। ਤਾਂ ਅਸੀਂ ਇੰਡਸਟਰੀ ਨੂੰ ਵੀ ਜ਼ਰੂਰ ਕਹਾਂਗੇ ਕਿ ਭਾਈ ਜੇਕਰ ਕੋਈ ਆਉਂਦਾ ਹੈ ਅਤੇ ਤੁਸੀਂ ਬਾਂਹ ਫੜਦੇ ਹੋ ਤਾਂ ਸਾਰੇ ਇਕੱਠੇ ਰਲ ਕੇ ਚੱਲਿਆ ਕਰੋ। ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਇਕੱਠੇ ਹੋਣਾ ਹੀ ਪੈਣਾ, ਕਿਉਂਕਿ ਤੁਹਾਨੂੰ ਵੀ ਸਾਰਿਆਂ ਨੂੰ ਟਿਕਾ ਦੀ ਬਹੁਤ ਲੋੜ ਹੈਗੀ ਆ। ਜੇ ਅੱਜ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ, ਤੁਸੀਂ ਅੱਜ ਖੜੋਗੇ ਨਾਲ ਆ ਕੇ ਤਾਂ ਭਲਕੇ ਤੁਹਾਡੇ ਨਾਲ ਵੀ ਖੜੇਗਾ, ਕਿਉਂਕਿ ਉਤਰਾਅ ਚੜ੍ਹਾਅ ਤਾਂ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹੀ ਰਹਿੰਦੇ ਨੇ। ਸੋ ਆਸ ਕਰਦੇ ਹਾਂ ਕਿ ਸ਼ਾਇਦ ਇਹ ਜਿਹੜੀਆਂ ਸ਼ਿਕਵੇ ਨੇ, ਗਿਲੇ ਨੇ, ਇਹ ਦੂਰੀਆਂ ਨੇ, ਇਹ ਮਿਟ ਜਾਣ। ਇਹ ਫਿਰ ਤੋਂ ਜਿਵੇਂ ਸਾਂਝੇ ਪੰਜਾਬ ਨੂੰ ਅਸੀਂ ਕਹਿੰਦੇ ਹਾਂ ਕਿ ਨਾ ਲਹਿੰਦਾ ਅਤੇ ਚੜ੍ਹਦਾ ਪੰਜਾਬ, ਫਿਰ ਤੋਂ ਅਸੀਂ ਇਕੱਠੇ ਹੋ ਜਾਈਏ। ਪਰ ਵੀ ਪਾਕਿਸਤਾਨ ਵਾਲੇ ਅੱਜ ਵੀ ਭਾਰਤੀਆਂ ਪੰਜਾਬੀਆਂ ਦੇ ਨਾਲ ਬੜਾ ਪਿਆਰ ਕਰਨ ਲੱਗ ਗਏ ਨੇ, ਤਾਂ ਅਸੀਂ ਇੰਡਸਟਰੀ ਦੇ ਵਿੱਚੋਂ ਵੀ ਇੱਕ ਆਸ ਕਰਾਂਗੇ ਕਿ ਇਹ ਜਿਹੜੀਆਂ ਦੂਰੀਆਂ ਨੇ ਛੇਤੀ ਇਹਨਾਂ ਦੀਆਂ ਜ਼ਰੂਰ ਮਿਟਣ। ਤੇ ਹੁਣ ਤੁਹਾਡੇ ਤੋਂ ਲਵਾਂਗੇ ਆਗਿਆ। ਸਹਿਯੋਗੀ ਦਵਿੰਦਰ ਔਰ ਬਲਜਿੰਦਰ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।